लाहौर का मतलब अगर सही लो ना इसका मतलब लिया होर लिया अच्छा भट्ट साहब ने इस तरह ही कबूतर कटाए आपके इसी सवाल पे ना मेरा सारों के लिए एक सवाल है, बीच में ही आप भी हैं, आप भी मुझे ये बताएं कि आप लोग कहते हैं ब्लड लाइन माइक माइक एक कमगर कबूतर दी ब्लड लाइन चंगी है ते दूजे ਜਿਹੜਾ ਕਮਗਰ ਕਬੂਤਰ ਉਹਦੀ ਬਲੱਡ ਲਾਈਨ ਖਰਾਬ ਕਿਵੇਂ ਹੈ? ਉਹ ਖਰਾਬ ਬਲੱਡ ਲਾਈਨ ਵਾਲਾ ਕਬੂਤਰ ਕਿਧਰੋਂ ਆਇਆ? ਮੇਰੇ ਇੱਕ ਦੋਸਤ ਨਾਲ ਮੀਆਂ ਵਾਲੀ ਦੇ ਨਾਲ ਪੀਪਲਾਂ ਵਾਲੇ ਦੋਸਤ ਨਾਲ ਗੱਲ ਹੋ ਰਹੀ ਸੀ ਤੇ ਮੈਨੂੰ ਕਹਿੰਦਾ ਪਰ ਸਾਹਿਬ ਤੁਸੀਂ 3 ਦਿਨ ਬੱਚੇ ਬੰਨ ਕੇ ਨਾ ਛੱਡ ਦੇਣੇ ਨੇ। ਮੈਂ ਕਿਹਾ 3 ਦਿਨਾਂ ਬਾਅਦ ਨਾ ਇਹ ਵੀ ਨਹੀਂ ਪਤਾ ਲੱਗਣਾ ਕਿ ਉਹ ਥੱਲੇਲੀ ਜ਼ਮੀਨ ਤੇ ਗਿਆ ਕਿ ਉੱਤਰਲੀ ਜ਼ਮੀਨ ਤੇ ਗਿਆ, ਉਹਦਾ ਪਤਾ ਹੀ ਨਹੀਂ ਲੱਗਣਾ। ਉਹ ਬੱਚਾ ਇੰਜ ਕਰਕੇ ਛੱਤ ਤੋਂ ਉੱਠਣਾ ਪਤਾ ਹੀ ਨਹੀਂ ਲੱਗਣਾ ਕਿੱਧਰ ਗਿਆ। ਇਹ ਲਾਹੌਰ ਹੈ। ਬਾਹਰ ਤੇ ਨਹੀਂ ਅਸੀਂ ਗੱਲ ਕਰਦੇ ਲੇਕਿਨ ਪਾਕਿਸਤਾਨ ਦੀ ਗੱਲ ਕਰ ਰਹੇ ਇੱਕੋ ਜਿਹੇ ਜਿਸਮਾਂ ਦੇ ਕਬੂਤਰ ਉੱਡ ਰਹੇ ਹੁੰਦੇ ਨੇ ਸੇਮ ਸਟਰਕਚਰ ਤਕਰੀਬਨ 19-20 ਦਾ ਹੀ ਫਰਕ ਹੁੰਦਾ ਹੈ। ਇੱਥੇ ਬਲੱਡ ਲਾਈਨ ਦਾ ਕੀ किरदार रहेगा? जैसे वकास भाई अक्सर बात करते हैं कि वकास भाई की एक वीडियो मैंने देखी, उन्होंने कहा कि मैं एक दुबई में मैं एक जगह पे मैंने देखा एक मादी बहुत अच्छी उड़ी हुई थी, तो मैं उस बंदे के पास गया, मैंने उसको जाके कहा कि मुझे ये मादी दे दो। उसने कहा मैंने मादी नहीं है देनी। कहते खैर मैंने काफ़ी देर उसके साथ बहस की, मैंने उसको काफ़ी इंसिस्ट किया कि मुझे दे दे। उसने कहा जी मैंने नहीं देनी आप। वकास भाई कहते मैंने उससे ये पूछा कि क्या तुम्हारे पास इसकी बहन है कोई इस मादी की? उसने कहा हाँ मेरे पास इसकी एक बहन है, पट्टी वो पड़ी हुई है। वकास भाई कहते मैं उससे वो पट्टी उसकी लेके आ गया और उसने वही वाली परफॉर्मेंस दी जो उसकी बड़ी बहन परफॉर्मेंस दे रही थी। इसका मतलब क्या है कि उसके जीन्स में वो चीज़ शामिल थी। जैसे मैंने आपको पठानों वाली मिसाल दी कि पठान जो कौम है वो मतलब टफ कौम है। अब पाकिस्तान में आप देख लो, हमारे लाहौर के इन्वायरमेंट में भी देख लो आप, ज़्यादातर वो काम जो आप पंजाबी नहीं करते जो पठान कर वो पठान कर रहे हैं। आपको जितने भी मेहनत से ज़्यादा मेहनत से रिलेटेड काम है ना वो आपको पठान करते हुए नज़र आएंगे। बस ये जीन्स हैं, एक से दूसरे में ट्रांसफ़र होते हैं और इसी तरह से ही आपके पास कलेक्शन जो है वो इकट्ठी होती है। ਲਾਹੌਰ ਹਾਂ ਅਸੀਂ, ਦੁਬਈ ਹਾਂ ਅਸੀਂ, ਜਾਂ ਇੱਥੇ ਕਿਸੇ ਨੌਰਦਰਨ ਏਰੀਆ 'ਚ ਚਲੇ ਜਾਈਏ। ਕਬੂਤਰ ਨੇ ਇੱਕ ਸਪੈਸੀਫਿਕ ਹਾਈਟ ਕਰਨੀ ਹੈ। ਫਰਜ਼ ਕਰ ਲਓ 200 ਫੁੱਟ ਜਾਂਦਾ, ਅਸੀਂ ਵੈਸੇ ਅਜ਼ੂਮ ਕਰ ਰਹੇ ਹਾਂ ਕਿ 200 ਫੁੱਟ ਤੇ ਉਹਦੀ ਮੈਕਸਿਮਮ ਹਾਈਟ ਹੈ। ਤਿੰਨੋਂ ਇਲਾਕਿਆਂ ਦੇ ਵਿੱਚ ਉੱਤੇ ਜਦੋਂ ਜਾਏਗਾ ਉਹ ਸੇਮ ਵੈਦਰ ਉਹਨੂੰ ਮਿਲੇਗਾ। ਅਸਲਾਮ ਵਾਲੇਕੁਮ ਜੀ ਨਾਜ਼ਰੀਨ, ਕੀ ਹਾਲ ਚਾਲ ਹੈ ਤਮਾਮ ਦੋਸਤਾਂ ਦਾ? ਮੈਂ ਤੁਹਾਡਾ ਸੱਜਣ ਤੇ ਮਿੱਤਰ ਅਰਬਾਜ਼ ਸਾਦਿਕ ਤੇ ਅੱਜ ਅਸੀਂ ਮੌਜੂਦ ਹਾਂ ਉਸਤਾਦ ਵਕਾਸ ਆਜ਼ਾਦ ਸਾਹਿਬ ਦੇ ਫਾਰਮ ਹਾਊਸ 'ਚ। ਮਾਸ਼ਾਅੱਲਾ ਬੜੀ ਹੀ ਖੂਬਸੂਰਤ ਰਸਮੇ ਉਸਤਾਦ ਦੀ ਸ਼ਾਗਿਰਦੀ ਹੋਈ ਹੈ, ਜਿੰਦੇ 'ਚ ਸਾਡੇ 3 ਭਰਾਵਾਂ ਨੂੰ ਸਪੈਸ਼ਲੀ ਉਸਤਾਦ ਯੂਨਸ ਸਮਨਾਬਾਦ ਵਾਲੇ ਉਹਨਾਂ ਨੂੰ ਉਸਤਾਦੀ ਦਸਤਾਰ ਮਿਲੀ ਹੈ। ਉਸਤਾਦ ਬਿਲਾਲ ਆਫ ਪਿੰਡੀ ਉਹਨਾਂ ਨੂੰ ਉਸਤਾਦੀ ਦਸਤਾਰ ਮਿਲੀ ਹੈ। ਤੇ ਦੂਸਰੇ ਭਾਈ ਦਾ ਕੀ ਨਾਮ ਸੀ? ਆਦਿਲ ਭਾਈ, ਉਸਤਾਦ ਆਦਿਲ ਸਾਹਿਬ। ਹੁਣ ਸਾਰਿਆਂ ਦੇ ਨਾਲ ਉਸਤਾਦ ਹੀ ਲਾਣਾ ਕਿਉਂਕਿ ਅੱਜ ਇਹਨਾਂ ਦੀ ਰਸਮ ਹੋ ਚੁੱਕੀ ਹੈ। ਔਰ ਮਾਸ਼ਾਅੱਲਾ ਵਕਾਸ ਭਾਈ ਬੜੇ ਹੀ ਕਮਾਲ ਦੇ ਪਲੇਅਰ ਨੇ, ਸਪੈਸ਼ਲੀ UAE ਦੇ ਵਿੱਚ ਬੜੇ ਅਰਸੇ ਦਰਾਜ਼ ਤੋਂ ਪਰਫਾਰਮੈਂਸ ਦਰ ਪਰਫਾਰਮੈਂਸ ਦਿੰਦੇ ਆ ਰਹੇ ਨੇ ਔਰ ਹਰ ਸਾਲ ਕੋਈ ਨਾ ਕੋਈ ਇਹਨਾਂ ਨੇ ਵੈਰਾਈਟੀ ਵਹਾ ਦੇਣੀ ਹੁੰਦੀ ਹੈ। ਔਰ ਮਾਸ਼ਾਅੱਲਾ ਕਿਸੇ ਨਾ ਕਿਸੇ ਹਿੱਸੇ 'ਚ ਵੜੀਆਂ ਨਾ ਹੁੰਦਾ, ਟੌਪ 10 'ਚ ਵੜੀਆਂ ਜਾਂ ਟੌਪ 5 ਜਾਂ ਟੌਪ 3 'ਚ ਰਹਿਣ, ਲੇਕਿਨ ਪੋਜੀਸ਼ਨ ਦਾ ਸਿਲਸਿਲਾਕਾਰ ਇਸ ਤਰ੍ਹਾਂ ਹੀ ਜਾਰੀ ਰਹਿੰਦਾ ਹੈ। ਨਾਲ ਭੱਟ ਸਾਹਿਬ ਮੌਜੂਦ ਨੇ, ਉਸਤਾਦ ਉਸਮਾਨ ਭੱਟ ਸਾਹਿਬ ਕਰੀਮ ਬਲੋਗ ਵਾਲੇ, ਉਹਨਾਂ ਦੇ ਉਸਤਾਦ ਦੇ ਮੁਹਤਰਮ ਉਸਤਾਦ ਹਸਨ ਇਮਾਮ ਨਕਵੀ ਸਾਹਿਬ। ਉਸਤਾਦ ਵੀ ਤੁਸੀਂ? ਉਸਤਾਦ ਹੀ ਹੋ ਭਾਈ ਮਾਸ਼ਾਅੱਲਾ ਬੜੇ ਅਰਸੇ। ਚੌਧਰੀ ਜ਼ੁਲਕਰਨੈਨ ਸਾਹਿਬ ਮਾਸ਼ਾਅੱਲਾ। ਇੱਕ ਬੜੀ ਖੂਬਸੂਰਤ ਮਹਿਫਲ ਭਖੀ ਹੋਈ ਹੈ ਤੇ ਮੈਂ ਤੇ ਜ਼ੁਲਕਰਨੈਨ ਸਾਹਿਬ ਭਾਈ ਸੈਯਦ ਜ਼ੁਲਕਰਨੈਨ ਸ਼ਾਹ ਸਾਹਿਬ ਅਸੀਂ ਮਿਲ ਕੇ ਇਹਨਾਂ ਦਾ ਇੰਟਰਵਿਊ ਕਰਾਂਗੇ ਤੇ ਇਨਸ਼ਾਅੱਲਾ ਬੜਾ ਕੁਝ ਸਿੱਖਣ ਨੂੰ ਮਿਲੇਗਾ। ਤੇ ਉਸਤਾਦ ਸਾਰੇ ਬੈਠੇ ਨੇ, ਸਾਰਿਆਂ ਨੂੰ ਕੁਛ ਨਾ ਕੁਛ ਟਟੋਲਨੇ ਆ, ਕੁਛ ਨਾ ਕੁਛ ਫਰੋਲਨੇ ਆ, ਇਹਨਾਂ ਨੂੰ ਕੁਛ ਨਾ ਕੁਛ ਉਗਲਵਾਨੇ ਆ। ਸਾਜੀ ਅੱਜ ਮਾਸ਼ਾਅੱਲਾ 3 ਬੰਦਿਆਂ ਨੂੰ ਉਸਤਾਦੀ ਦਸਤਾਰ ਦਿੱਤੀ ਔਰ ਮੇਰੇ ਕੋਲੋਂ ਨਾ ਇੱਕ ਭਾਈ ਸਕਿਪ ਹੋ ਗਏ, ਅਲੀ ਭਾਈ ਜੀ, ਅਲੀ ਭਾਈ ਆਫ ਲਾਹੌਰ, ਜੀ, ਇਹ ਲਾਹੌਰ ਦੇ ਹੀ ਨੇ। ਜੀ, ਇਹਨਾਂ ਨੂੰ ਤੁਸੀਂ ਸ਼ਾਗਿਰਦ ਕੀਤਾ ਮਾਸ਼ਾਅੱਲਾ ਹਾਂਜੀ। ਔਰ ਇੱਕ ਉਸਤਾਦ ਦੀ ਸ਼ਾਗਿਰਦੀ ਦਾ ਸਿਲਸਿਲਾਕਾਰ ਚਲਾ ਰਹੇ ਹੋ ਤੁਸੀਂ, ਤੇ ਕੀ ਕ੍ਰਾਈਟੇਰੀਆ ਰੱਖਦੇ ਹੋ ਉਸਤਾਦ ਕਰਨ ਦਾ ਔਰ ਸ਼ਾਗਿਰਦ ਕਰਨ ਦਾ? ਜੀ ਬਹੁਤ ਸ਼ੁਕਰੀਆ ਅਰਬਾਜ਼ ਭਾਈ। ਬੇਸਿਕਲੀ ਜਿਹੜਾ ਕ੍ਰਾਈਟੇਰੀਆ ਹੈਗਾ ਨਾ ਉਹ ਹੈਗਾ ਪ੍ਰੈਕਟੀਕਲ। ਅਗਰ ਤੁਸੀਂ ਕੋਈ ਵੀ ਸ਼ਾਗਿਰਦ ਨੂੰ ਸ਼ਾਗਿਰਦੀ ਦਿੰਦੇ ਹੋ ਨਾ ਤਾਂ ਉਹਦੀ ਪਰਫਾਰਮੈਂਸ 2-3 ਸਾਲ ਦੇਖੋ ਕਿ ਵਾਕਈ ਉਹ ਪ੍ਰੈਕਟੀਕਲੀ ਤੌਰ ਤੇ ਮੈਦਾਨ 'ਚ ਅਵੇਲੇਬਲ ਹੈਗਾ, ਸ਼ੌਕ ਕਰ ਰਿਹਾ ਹੈ। ਕਿਉਂ? ਇੱਕ ਜੋੜਿਆਂ ਦੀ ਕਬੂਤਰਬਾਜ਼ੀ ਸਿਰਫ ਘਰ ਤੱਕ ਔਰ ਸਿਰਫ ਜੋੜੇ ਰੱਖ ਕੇ ਔਰ ਪ੍ਰੈਕਟੀਕਲ ਨਾ ਕਰਨਾ, ਉਸ ਬੰਦੇ ਨੂੰ ਤੁਸੀਂ ਉਸਤਾਦੀ ਕਿਸ ਤਰ੍ਹਾਂ ਦੇ ਸਕਦੇ ਹੋ? ਉਸਤਾਦੀ ਉਸੇ ਬੰਦੇ ਨੂੰ ਦਿਓ ਜਿਹੜਾ 3 ਸਾਲ ਤੋਂ 4 ਸਾਲ ਤੋਂ ਮੈਦਾਨ ਦੇ ਵਿੱਚ ਹੈਗਾ, ਕੱਪ ਸ਼ਪ ਉਡਾ ਰਿਹਾ ਹੈਗਾ।
ਬਾਜ਼ੀਆਂ ਦੀ ਮੈਂ ਇੰਨੀ ਜ਼ਿਆਦਾ ਜਿਹੜੀ ਇੰਪੋਰਟੈਂਸ ਨਹੀਂ ਦਿੰਦਾ ਹੈਗਾ, ਜਾਂ ਮੈਂ ਆਪਣੇ ਸ਼ਾਗਿਰਦਾਂ ਨੂੰ ਵੀ ਨਹੀਂ ਕਹਿੰਦਾ ਕਿ ਬਾਜ਼ੀਆਂ ਜ਼ਿਆਦਾ ਲਾਓ, ਮਗਰ ਆਪਣੇ ਇਲਾਕੇ 'ਚ ਜਿੰਨੇ ਵੀ ਟੂਰਨਾਮੈਂਟ ਨਾ ਉਹਦੇ ਵਿੱਚ ਪਾਰਟਿਸਿਪੇਟ ਜ਼ਰੂਰ ਕਰੋ ਔਰ ਪੂਰੇ ਆਲ ਸੀਜ਼ਨ ਖੇਡੋ। ਔਰ ਸੀਜ਼ਨ ਖੇਡਣ ਦਾ ਮਤਲਬ ਹੈਗਾ ਕਿ ਉਹਦੇ ਵਿੱਚ ਜੇਠ ਇੰਪੋਰਟੈਂਟ ਹੈਗਾ, ਸਭ ਤੋਂ ਜ਼ਿਆਦਾ ਤਾਂ ਇੰਪੋਰਟੈਂਟ ਜੇਠ ਹੀ ਹੈ। ਕਬੂਤਰਬਾਜ਼ੀ ਹੈ ਜੇਠ ਦੀ। ਲੇਕਿਨ ਜਦੋਂ ਸਾਜੀ ਕਬੂਤਰ ਰੱਖੇ ਹੋਣ ਤੇ ਫਿਰ ਰਹਿ ਵੀ ਨਹੀਂ ਹੁੰਦਾ, ਲੋਕੀ ਆਵਾਜ਼ਾਂ ਦਿੰਦੇ ਹੀ ਨੇ। ਦੇਖੋ ਹੁਣ ਇਸ ਬੰਦੇ ਦੇ ਉੱਪਰ ਡਿਪੈਂਡ ਕਰਦਾ ਨਾ, ਆਵਾਜ਼ਾਂ ਤਾਂ ਹਰ ਬੰਦੇ ਨੂੰ ਮਿਲਦੀਆਂ ਹੈਗੀਆਂ ਨੇ, ਤੁਸੀਂ ਆਪਣਾ ਆਪ ਦੇਖਣਾ। ਦੇਖੋ ਹਰ ਬੰਦੇ ਦੇ ਆਪਣੇ ਜ਼ਿੰਦਗੀ ਗੁਜ਼ਾਰਨ ਦੇ ਅਸੂਲ ਹੈਗੇ ਨੇ, ਮੈਂ ਆਪਣੇ ਅਸੂਲਾਂ ਨੂੰ ਨਹੀਂ ਤੋੜ ਸਕਦਾ ਹੈਗਾ। ਸ਼ੌਕ ਦੀ ਖਾਤਰ ਮੈਂ ਅਸੂਲ ਨਹੀਂ ਤੋੜ ਸਕਦਾ ਹੈਗਾ, ਮੇਰੇ ਅਸੂਲ ਜ਼ਿਆਦਾ ਇੰਪੋਰਟੈਂਟ ਹੈਗੇ ਨੇ ਸ਼ੌਕ ਦੇ ਨਿਸਬਤ। ਤੇ ਮੈਂ ਅਗਰ ਜ਼ਿੰਦਗੀ 'ਚ ਤਈਆ ਕੀਤਾ ਕਿ ਮੈਂ ਬਾਜ਼ੀ ਨਹੀਂ ਲਾਣੀ ਤਾਂ ਮੈਂ ਨਹੀਂ ਲਾਣੀ। ਮੈਂ ਸਿਰਫ ਸ਼ੌਕ ਕਰਨਾ, ਤੇ ਮੈਂ ਸਿਰਫ ਸ਼ੌਕ ਮੇਰਾ ਜ਼ਿੰਦਾ ਹੈ ਤਾਂ ਕੱਪ ਦੀ ਸ਼ਕਲ ਵਿੱਚ ਵੀ ਜ਼ਿੰਦਾ ਹੈ। ਬੇਸਿਕਲੀ ਕਿਹਾ ਕਿ ਮੈਂ ਆਪਣੇ ਕਬੂਤਰਾਂ ਨੂੰ ਦੇਖਣਾ ਕਿ ਕਿਆ ਮੇਰੇ ਕਬੂਤਰਾਂ ਦਾ ਪੈਰਾਮੀਟਰ ਬਾਕੀ ਲੋਕਾਂ ਦੇ ਕਬੂਤਰਾਂ ਨਾਲ ਮਿਲਦਾ ਜੁਲਦਾ ਹੈਗਾ। ਅਗਰ ਲੋਕਾਂ ਦੇ ਕਬੂਤਰ 5 ਵਜੇ ਤੱਕ ਬੈਠ ਰਹੇ ਨੇ ਤੇ 4 ਵਜੇ ਤੱਕ ਮੇਰੇ ਵੀ ਬਹਿੰਦਾ ਜਾਂ ਨਹੀਂ ਬਹਿੰਦਾ। ਮੇਨ ਚੀਜ਼ ਤਾਂ ਇਹ ਦੇਖਣੀ ਹੈ ਕਿ ਮੈਂ ਆਪਣੇ ਕਬੂਤਰ ਦੀ ਜੋ ਕੁਆਲਿਟੀ ਹੈ, ਕੁਆਲਿਟੀ ਪਰਫਾਰਮੈਂਸ ਔਰ ਬਰਦਾਸ਼ਤ ਦੇਖਣੀ ਹੈਗੀ ਹੈ। ਠੀਕ ਹੈ, ਉਹਦੇ ਵਾਸਤੇ ਇਹ ਜ਼ਰੂਰੀ ਨਹੀਂ ਕਿ ਮੈਂ ਬਾਜ਼ੀਆਂ ਲਾਵਾਂ, ਮੈਂ ਹਰ ਕੱਪ 'ਚ ਪਾਰਟਿਸਿਪੇਟ ਕਰਾਂ, ਮਗਰ 4 ਸੀਜ਼ਨ ਖੇਡਣਾ ਬਹੁਤ ਜ਼ਰੂਰੀ ਹੈਗਾ। 4 ਸੀਜ਼ਨ ਦਾ ਮਤਲਬ ਹੈਗਾ ਕਿ ਲੋਕ ਕਹਿੰਦੇ ਨੇ ਕਿ ਜੇਠ ਤੇ ਮੁਸ਼ਕਿਲ ਹੈਗਾ, ਮਗਰ ਬਾਕੀ ਸੀਜ਼ਨ ਵੀ ਮੁਸ਼ਕਿਲ ਹੈਗਾ ਨਾ, ਕਿ ਕਬੂਤਰ ਨੂੰ ਬਾਣਾ ਵੀ ਤਾਂ ਮੁਸ਼ਕਿਲ ਹੈਗਾ ਨਾ। ਕਬੂਤਰ ਅਸੂ ਵੀ ਤਾਂ ਖਾ ਜਾਂਦੇ ਨੇ ਕਿੰਨਾ, ਕਿਉਂਕਿ ਉਡਾਣਾ ਆਸਾਨ ਹੈਗਾ, ਤੁਸੀਂ ਨੁਸਖਾ ਲਗਾ ਕੇ ਉਡਾ ਸਕਦੇ ਹੋ, ਮਗਰ ਫਿਰ ਕਬੂਤਰ ਨੂੰ ਵਿਦ ਇਨ ਦ ਟਾਈਮ ਬਾਣਾ ਇਹ ਵੀ ਮੁਸ਼ਕਿਲ ਕੰਮ ਹੈਗਾ। ਇਹਦੇ ਵਾਸਤੇ ਹਾਰਡ ਟ੍ਰੇਨਿੰਗ ਹੈਗੀ ਹੈ। ਲੋਕ ਰਾਤਾਂ ਨੂੰ ਕਬੂਤਰ ਲਾਉਂਦੇ ਨੇ, ਹਜ਼ਾਰੋਂ ਕਬੂਤਰ ਜ਼ਾਇਆ ਹੋ ਜਾਂਦਾ, ਬੜੇ ਬੜੇ ਨਿਆਬ ਕਬੂਤਰ ਜ਼ਾਇਆ ਹੋ ਜਾਂਦੇ ਨੇ, ਮਗਰ ਉਹ ਪਾਰਟ ਆਫ ਗੇਮ ਹੈਗਾ। ਸਹੀ ਗੱਲ ਜੀ। ਮੈਂ ਅਸੀਂ ਸਵਾਲ ਨੂੰ ਸਾਜੀ ਕੰਟੀਨਿਊ ਕਰਨਾ ਚਾਹਾਂਗਾ ਕਿ ਯੂਏ ਦੇ ਵਿੱਚ ਵੀ ਤੁਹਾਨੂੰ ਰਾਤ ਨੂੰ ਕਬੂਤਰ ਲਗਾਉਣੇ ਪੈਂਦੇ ਨੇ, ਸਾਨੂੰ ਪਾਕਿਸਤਾਨ 'ਚ ਵੀ ਲਾਉਣੇ ਪੈਂਦੇ ਨੇ, ਕਾਫੀ ਜ਼ਿਆਦਾ ਮੁਸ਼ਕਲਾਤ ਪੇਸ਼ ਆਉਂਦੀਆਂ ਨੇ। ਇਹਦਾ ਕੋਈ ਐਸਾ ਅਮਲ, ਕੋਈ ਐਸਾ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਯਾਰ ਇਹਦੇ ਨਾਲ ਕਬੂਤਰ ਜ਼ਿਆਦਾ ਜਲਦੀ ਈਜ਼ੀ ਪੱਕੇ ਹੋ ਜਾਣ, ਕਬੂਤਰਾਂ ਦੀ ਜ਼ਾਇਆ ਹੋਣ ਦੀ ਰੇਸ਼ੋ ਘੱਟ ਹੋਵੇ ਔਰ ਕਬੂਤਰ ਸਾਡੇ ਗੁਆਚਣ ਦੇ ਬਜਾਏ ਪੱਕੇ ਵੀ ਰਾਤ ਦੇ ਜਲਦੀ ਹੋਣ ਔਰ ਅੱਛੇ ਤਰੀਕੇ ਨਾਲ ਅਸੀਂ ਰਾਤ ਦਾ ਵੀ ਸ਼ੌਕ ਕਰ ਸਕੀਏ? ਇਹਦੀ ਕੋਈ ਟ੍ਰਿਕ ਕੋਈ ਐਸੀ ਦਿਓ ਜਿਹੜੇ ਰਾਤ ਨੂੰ ਕਬੂਤਰ ਸਾਨੂੰ ਬਾਣੇ ਆਸਾਨੀ ਪੇਸ਼ ਆਵੇ। ਇਹਨਾਂ ਨੇ ਨਵੀਂ ਛੱਤ ਬਣਾਈ ਹੈ ਨਾ, ਇਸ ਲਈ ਤੁਹਾਡੇ ਕੋਲ ਟਿੱਪਾਂ ਲੈ ਰਹੇ ਨੇ। ਦੇਖੋ ਜੀ ਸ਼ਾਹ ਸਾਹਿਬ, ਮੇਨ ਚੀਜ਼ ਹੈਗੀ ਹੈ ਕਿ ਤੁਹਾਡੇ 'ਚ ਬਰਦਾਸ਼ਤ ਕਿੰਨੀ ਹੈਗੀ ਹੈ, ਤੁਹਾਡੇ 'ਚ ਆਪਣੀ ਬਰਦਾਸ਼ਤ ਕਿੰਨੀ ਹੈਗੀ ਹੈ, ਕਿੰਨੇ ਕੁ ਕਬੂਤਰ ਤੁਸੀਂ ਜ਼ਾਇਆ ਕਰਕੇ ਤੇ ਤੁਸੀਂ ਬਰਦਾਸ਼ਤ ਕਰ ਸਕਦੇ ਹੈਗੇ। ਬਿਲਕੁਲ ਸਹੀ। ਠੀਕ ਹੈ, ਔਰ ਬਰਦਾਸ਼ਤ ਹੋਣੀ ਚਾਹੀਦੀ ਹੈ। ਤੁਹਾਡਾ ਬੜਾ ਇੰਪੋਰਟੈਂਟ ਕਬੂਤਰ, ਮੇਨ ਮੁਹੱਬਤ ਵਾਲੇ ਕਬੂਤਰ ਜ਼ਾਇਆ ਹੋ ਸਕਦੇ ਹੈਗੇ, ਮਗਰ ਉਹ ਪਾਰਟ ਆਫ ਗੇਮ ਹੈਗਾ। ਠੀਕ ਹੈ, ਜਦੋਂ ਤੁਸੀਂ ਪਾਰਟਿਸਿਪੇਟ ਕਰਨਾ ਹੈ ਟੂਰਨਾਮੈਂਟਸ ਦੇ ਵਿੱਚ, ਫਿਰ ਤੁਸੀਂ ਇਹ ਨਹੀਂ ਦੇਖਣਾ ਕਿ ਇਹ ਮੇਰਾ ਅੱਛਾ ਹੈ, ਇਹ ਮੇਰਾ ਬੁਰਾ ਹੈ, ਜਾਂ ਮੇਰੇ ਫਲਾਂ ਜੋੜੇ ਦਾ ਹੈਗਾ। ਤੁਸੀਂ ਸਾਰਿਆਂ ਨੂੰ ਡੰਡਾ ਮਾਰਨਾ। ਠੀਕ ਹੈ, ਤਰੀਕਾਕਾਰ ਹੈਗਾ ਕਿ ਤੁਸੀਂ ਕਬੂਤਰਾਂ ਨੂੰ ਪਹਿਲੇ ਰਾਤ ਨੂੰ ਖਾਣਾ ਸ਼ੁਰੂ ਕਰ ਦਿਓ, ਕਬੂਤਰਾਂ ਨੂੰ ਬੰਨ੍ਹ ਕੇ ਛੱਡ ਦਿਓ, ਆਹਿਸਤਾ ਦਾ ਪਾਰਟੀ ਲੈ ਕਰਨਾ ਸ਼ੁਰੂ ਕਰ ਦਿੰਦੇ ਹੋ, ਨੇਰੇ 'ਚ ਉਹਨਾਂ ਨੂੰ ਪੱਲਾ ਮਾਰਨਾ ਸ਼ੁਰੂ ਕਰ ਦਿਓ ਬੰਨੇ ਕਬੂਤਰਾਂ ਨੂੰ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ 3-4 ਦਿਨ ਕਬੂਤਰ ਬਹਿਣਾ ਸ਼ੁਰੂ ਹੋ ਗਏ ਨੇ, ਫਿਰ ਕਬੂਤਰਾਂ ਦੇ ਪਰ ਖੋਲ ਕੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿਓ। ਰਾਤ ਖਾਣ ਵਾਸਤੇ ਕਬੂਤਰ ਦਾ ਰਾਤ ਨੂੰ ਪੱਲਾ ਮਾਰ ਕੇ ਰਾਤ ਨੂੰ ਬਹਿਣਾ ਜ਼ਰੂਰੀ ਹੈ ਜੀ। ਅਗਰ ਰਾਤ ਵਿੱਚ ਬਹਿ ਰਿਹਾ, ਫਿਰ ਆਹਿਸਤਾ ਕੀ ਕਰਦੇ ਹੋ, ਤੁਸੀਂ ਉਹਦਾ ਟਾਈਮ ਪਿੱਛੇ ਲੈ ਕੇ ਜਾਣਾ ਸ਼ੁਰੂ ਕਰ ਦਿਓ। ਅਗਰ ਤੁਸੀਂ 6 ਵਜੇ ਮਾਰਦੇ ਹੋ 5 ਤੋਂ 4, ਠੀਕ ਹੈ, ਇਸ ਰੂਟੀਨ ਤੁਸੀਂ ਉਸ ਸਰਕਲ ਨੂੰ ਚਲਾਉਂਦੇ ਹੋਏ ਨਾ, ਤੁਹਾਡਾ ਬਹੁਤ ਕਬੂਤਰ ਜ਼ਾਇਆ ਹੋਏਗਾ। ਮੇਰਾ ਆਪੀ ਹੋਇਆ ਜੀ, ਮੇਰਾ ਇਸ ਸਾਲ ਜੇਠ ਦੇ ਸਾਰੇ ਕਬੂਤਰ ਜ਼ਾਇਆ ਹੋ ਗਏ ਨੇ। ਹੁਣ ਕੀ ਹੈ, ਕਬੂਤਰ ਬੁਰੇ ਗਏ ਸਨ, ਕਬੂਤਰ ਬੁਰੇ ਨਹੀਂ ਗਏ ਸਨ, ਉੱਤੇ ਮੌਸਮ ਹਾਲਾਤ ਔਰ ਕੋਈ ਚੀਜ਼ ਵੀ ਕਬੂਤਰ ਨੂੰ ਪੈ ਸਕਦੀ ਹੈ। ਰਾਤ ਨੂੰ ਕਬੂਤਰ ਕਿਸੇ ਜਗ੍ਹਾ ਤੇ ਬੈਠਾ ਹੈ, ਉਸੇ ਜਾਨਵਰ ਨੇ ਫੜ ਲਿਆ। ਬਿਲਕੁਲ ਸਹੀ, ਬਿਲਕੁਲ ਸਹੀ। ਤੋ ਇਹ ਪਾਰਟ ਆਫ ਗੇਮ ਹੈਗਾ, ਮਗਰ ਇਹ ਹੈਗਾ ਕਿ ਕਬੂਤਰਬਾਜ਼ੀ ਹਮੇਸ਼ਾ ਜਿਹੜੀ ਹੈ ਨਾ, ਉਹ ਕੁਆਲਿਟੀ ਦੇ ਇਲਾਵਾ ਕੁਆਂਟੀਟੀ ਤੇ ਵੀ ਹੁੰਦੀ ਹੈਗੀ। ਜਿੰਨੀ ਤਾਦਾਦ ਨਾਲ ਤੁਸੀਂ ਕਬੂਤਰ ਛੱਡੋਗੇ, ਉਨੀ ਬਹਾਦਰੀ ਨਾਲ ਤੁਸੀਂ ਪੱਲਾ ਮਾਰੋਗੇ। ਬਾਦਰੀ ਨਾ ਪੱਲਾ। ਅੱਛਾ ਉਸਤਾਦ ਜੀ, ਇੱਕ ਸਵਾਲ ਹੈ, ਕਾਫੀ ਦਫਾ ਅਸੀਂ ਕੀਤਾ, ਲੇਕਿਨ ਇਹਦਾ ਕੋਈ ਮੁਸਬਤ ਔਰ ਪੱਕਾ ਜਵਾਬ ਨਹੀਂ ਮਿਲਿਆ। ਅਸੀਂ ਜਾਣੇ ਕਿਸੇ ਵੀ ਇਲਾਕੇ 'ਚ ਜਾਣੇ ਆ, ਪਾਕਿਸਤਾਨ ਦੇ ਬਾਹਰ ਤੇ ਨਹੀਂ ਅਸੀਂ ਗੱਲ ਕਰਦੇ, ਲੇਕਿਨ ਪਾਕਿਸਤਾਨ ਦੀ ਗੱਲ ਕਰ ਰਹੇ, ਇੱਕੋ ਜਿਹੇ ਜਿਸਮਾਂ ਦੇ ਕਬੂਤਰ ਉੱਡ ਰਹੇ ਹੁੰਦੇ ਨੇ, ਸੇਮ ਸਟਰਕਚਰ, ਤਕਰੀਬਨ 19-20 ਦਾ ਹੀ ਫਰਕ ਹੁੰਦਾ। ਇੱਥੇ ਬਲੱਡ ਲਾਈਨ ਦਾ ਕੀ ਕਿਰਦਾਰ ਰਹੇਗਾ, ਕਿਉਂਕਿ ਜਿਸਮ ਤਾਂ ਤਕਰੀਬਨ ਸੇਮ ਹੁੰਦੀਆਂ ਨੇ। ਦੇਖੋ, ਹਰ ਨਸਲ ਵਿੱਚ ਬਲੱਡ ਲਾਈਨ ਕੌਣ ਕੱਢਦੀ ਹੈਗੀ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਟੈਡੀ ਉੱਡਦਾ, ਗੋਲਡਨ ਵੀ ਉੱਡਦਾ, ਹਾਂ ਸਿਆਲਕੋਟੀ ਵੀ ਉੱਡਦਾ। ਸਹੀ ਗੱਲ ਹੈ। ਠੀਕ ਹੈ, ਹਰ ਨਸਲ ਪਰਫਾਰਮ ਕਰਦੀ ਹੈ, ਮਗਰ ਹਰ ਨਸਲ ਦੇ ਵਿੱਚ ਬਲੱਡ ਲਾਈਨ ਦਾ ਕਿਰਦਾਰ ਹੈਗਾ ਕਿ ਅੱਛੀ ਬਲੱਡ ਲਾਈਨ ਦਾ ਕਬੂਤਰ ਹੀ ਉੱਡੇਗਾ। ਜਿਹਦੇ ਵਿੱਚ ਅੱਛੀ ਬਲੱਡ ਲਾਈਨ ਹੈਗੀ ਹੈ, ਉਹਦੀ ਕੁਆਲਿਟੀਜ਼ ਅੱਛੀ ਹੈਗੀਆਂ ਨੇ, ਉਹਦੇ ਜਿਸਮ ਦੀ ਜੋ ਡੈਫੀਨੇਸ਼ਨ ਹੈ ਉਹ ਅੱਛੀ ਹੈਗੀ ਹੈ, ਉਹਦਾ ਪਰ ਕੁੰਦਾ ਅੱਛਾ ਹੈਗਾ ਅੱਛੇ ਬਲੱਡ ਲਾਈਨ ਦਾ। ਠੀਕ ਹੈ, ਔਰ ਅੱਛੀ ਬਲੱਡ ਲਾਈਨ ਜਿਹੜਾ ਨਾ, ਉਹ ਨੁਸਖਿਆਂ ਦਾ ਮੁਤਾਜ ਵੀ ਨਹੀਂ ਹੈਗੀ। ਅੱਛੀ ਟ੍ਰੇਨਿੰਗ, ਅੱਛੀ ਸੰਭਾਲੀ, ਤੁਸੀਂ ਕਬੂਤਰ ਨੂੰ ਪ੍ਰੋਪਰ ਟਾਈਮ ਦੇ ਰਹੇ ਹੋ,
ਔਰ ਅੱਛਾ ਕਬੂਤਰ ਜਿਹੜਾ ਨਾ ਤੁਹਾਨੂੰ ਸਿਰਫ 20 ਤੋਂ 5 ਮਿੰਟ ਲਏਗਾ ਉਹ ਬੰਦ ਹੋ ਜਾਂਦਾ ਹੈਗਾ। ਮੈਂ ਇੱਥੋਂ ਦੀ ਗੱਲ ਨਹੀਂ ਕਰਦਾ ਕਿਉਂਕਿ ਪਾਕਿਸਤਾਨ ਹਲੇ ਤੱਕ ਕਬੂਤਰਬਾਜ਼ੀ ਨਹੀਂ ਕੀਤੀ। ਸਾਡੇ ਉੱਥੇ ਇਹ ਹੈਗਾ ਕਿ ਕਬੂਤਰ ਨੂੰ 5 ਮਿੰਟ ਦੇ ਅੰਦਰ ਅਸਮਾਨ ਬੰਦ ਹੋ ਜਾਣਾ ਚਾਹੀਦਾ। ਵਜ੍ਹਾ ਕੀ ਹੈ, ਸਾਡੇ ਕੋਲ ਟੈਂਪਰੇਚਰ ਬਹੁਤ ਜ਼ਿਆਦਾ ਹੈਗਾ, 49 50 ਤੱਕ ਟੈਂਪਰੇਚਰ ਜਾਂਦਾ ਹੈਗਾ। ਉਹਦੇ ਵਿੱਚ ਕੀ ਹੈ, ਜਿਹੜਾ ਕਬੂਤਰ ਥੱਲੇ ਰਹਿ ਗਿਆ ਉਹ ਤੁਹਾਡਾ 10 11 ਵਜੇ ਆ ਕੇ ਬਹਿ ਜਾਏਗਾ। ਕਬੂਤਰ ਦਾ ਬੰਦ ਹੋਣਾ ਜ਼ਰੂਰੀ ਹੈ। ਬੰਦ ਕਿਹੜਾ ਕਬੂਤਰ ਹੁੰਦਾ, ਉਹ ਪਲੇ ਕਿਸੇ ਨਸਲ ਤੋਂ ਤਾਲੁਕ ਰੱਖਦਾ। ਡੈਫੀਨੇਸ਼ਨ ਉਹ ਹੈਗੀ ਹੈ, ਕਬੂਤਰ ਅੱਗੂ ਪੂਰਾ ਹੈ, ਪਿੱਛੋਂ ਬੰਦ ਹੈ ਪੁਛਲ ਤੋਂ। ਪੱਲੇ ਤੋਂ ਜਿਹੜਾ ਪੱਲਾ ਹੈਗਾ ਉਦੋਂ ਤੋਂ ਅੱਧਾ ਕੋਈ ਇੰਚ ਛੋਟਾ ਹੈਗਾ, ਔਰ ਕੁੰਦੇ ਦਾ ਸਿੱਧਾ ਕਬੂਤਰ ਹੈਗਾ, ਉਹ ਜਲਦੀ ਸਪੀਡ ਨਾਲ ਕਬੂਤਰ ਬੰਦ ਹੋ ਜਾਂਦਾ। ਸਵੇਰੇ ਦਾ ਟਾਈਮ ਸਿਰਫ ਸਾਡਾ ਮੇਨ ਮਕਸਦ ਹੁੰਦਾ ਤਾਂ ਕਬੂਤਰ ਨੂੰ ਬੰਦ ਕਰਾ ਲਓ, ਗਰਾਈ ਕਰਾ ਲਓ। ਉਹ ਗਰਾਈ ਉਹੀ ਕਬੂਤਰ ਕਰਦਾ ਜਿਹੜਾ ਇਸ ਡੈਫੀਨੇਸ਼ਨ 'ਚ ਹੁੰਦਾ ਕਬੂਤਰ। ਹੁਣ ਅਗਰ ਤੁਸੀਂ ਕੋਈ ਜੀ ਵੱਡਾ ਸਾਈਜ਼ ਦਾ ਕਬੂਤਰ ਹੈਗਾ, ਉਹਨੂੰ ਟਾਈਮ ਲੱਗੇਗਾ ਬੰਦ ਹੁੰਦੇ। ਅਗਰ ਲੱਸ ਚੱਲ ਗਈ ਫਿਰ ਕੀ ਕਰੋਗੇ, ਉਹ ਤਾਂ ਲੱਸ ਦੇ ਵਿੱਚ ਹੀ ਫਸ ਗਿਆ ਨਾ। ਤੇ ਕਬੂਤਰ ਦਾ ਮੀਡੀਅਮ, ਕਬੂਤਰ ਦਾ ਆਪਣੀ ਜਿਹੜਾ ਸਾਈਜ਼ ਦੀ ਡੈਫੀਨੇਸ਼ਨ 'ਚ ਪੂਰਾ ਹੋਣਾ ਬੜਾ ਜ਼ਰੂਰੀ ਹੈਗਾ। ਭੱਟ ਸਾਹਿਬ ਤੁਸੀਂ ਵੀ ਨਾਲ ਬੈਠੇ, ਮਾਸ਼ਾਅੱਲਾ ਤੁਸੀਂ ਆਪਣੀ ਰਾਏ ਰੱਖਦੇ ਹੋ। ਪਹਿਲੇ ਉਸਤਾਦ ਮੁਹਤਰਮ ਵਾਲ ਸਾਈ ਤੁਸੀਂ ਆਪਣੀ ਰਾਏ ਰੱਖਦੇ ਹੋ, ਤੇ ਤੁਹਾਡਾ ਇਸ ਮਾਮਲੇ ਦੇ ਬਾਰੇ ਕੀ ਕਹਿਣਾ ਹੈ? ਯਾਰ ਜਿਹੜਾ ਕਬੂਤਰ ਵੀ ਜਿਹੜਾ ਨਾ ਬੰਦ ਹੁੰਦਾ, ਜਿਹੜਾ ਜਿਹੜੀ ਗੱਲ ਹੈ, ਕਬੂਤਰ ਗੋਲ ਹੋਵੇ, ਉਹਦੀ ਗੋਲ ਡੀ ਹੋਵੇ, ਉਹ ਕਬੂਤਰ ਬਹੁਤ ਜਲਦੀ ਬੰਦ ਹੋ ਜਾਏਗਾ। ਜਿਹੜਾ ਤੁਹਾਡਾ ਅੱਛਾ ਕਬੂਤਰ ਹੈ ਨਾ, ਉਹ 5-7 ਮਿੰਟ ਦੇ ਵਿੱਚ ਹੀ ਬੰਦ ਹੋ ਜਾਏਗਾ, ਕਿਉਂਕਿ ਚਮਕਾਰ 'ਚ ਜਾ ਕੇ ਖਲੋ ਜਾਏਗਾ, ਥੱਲੇ ਫਸੇਗਾ ਨਹੀਂ ਕਬੂਤਰ। ਤੇ ਜਿਹੜਾ ਵੱਡੇ ਸਾਈਜ਼ ਦਾ ਕਬੂਤਰ ਹੋਏਗਾ, ਸਿੱਧੀ ਹੱਡੀ ਦਾ ਹੋਏਗਾ, ਉਹ ਥੱਲੇ ਰਹੇਗਾ, ਉਹ ਥੱਲੇ ਫਿਰੇਗਾ। ਤੇ ਜਿਹੜਾ ਗੋਲ ਹੱਡੀ ਦਾ ਕਬੂਤਰ ਹੋਏਗਾ, ਕੁਸ਼ਤੀ ਹੱਡੀ ਦਾ ਕਬੂਤਰ ਹੋਏਗਾ, ਉਹ ਫੌਰਨ ਬੰਦ ਹੋਏਗਾ। ਉਹ ਅਸੀਂ ਵੀ ਵੇਖਨੇ ਆ ਕਿ ਬਲੱਡ ਲਾਈਨ ਜਿਹੜੀ ਹੈ ਨਾ, ਉਹ ਕੋਈ ਤੁਸੀਂ ਤਾਂ ਬਲੱਡ ਤੇ ਚੈੱਕ ਕਰ ਨਹੀਂ ਸਕਦੇ। ਬਲੱਡ ਲਾਈਨ ਇਹੀ ਹੈਗੀ ਕਿ ਜਿਹੜੇ ਤੁਹਾਡੇ ਅੱਛੇ ਕਬੂਤਰ ਨੇ, ਜਿਹੜੇ ਸ਼ੁਰੂ ਤੋਂ ਪਰਫਾਰਮ ਕਰਦੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਇਸ ਲਈ ਅਸੀਂ ਬਲੱਡ ਲਾਈਨ ਆਪਣੀ ਬਣਾਉਂਦੇ ਆ ਕਿ ਕੋਈ ਤੁਹਾਡੇ ਕੋਲ ਅੱਛਾ ਜੋੜਾ ਹੈ, ਤੁਸੀਂ ਉਹਨੂੰ ਉਹਦੇ ਬੱਚੇ ਅਗਰ ਅੱਛੇ ਪਰਫਾਰਮ ਕਰ ਰਹੇ ਨੇ, ਤੁਸੀਂ ਅੱਗੋਂ ਉਹਨਾਂ ਨੂੰ ਜੋੜੇ ਲਗਾਉਂਦੇ ਹੋ, ਉਹ ਵੀ ਪਰਫਾਰਮ ਕਰਦੇ ਨੇ। ਨੜ ਦੇ ਨਾਲ ਮਾਦੀਆਂ ਤੁਸੀਂ 2-3 ਚੇਂਜ ਕਰਕੇ ਉਡਾਉਂਦੇ ਹੋ। ਅਗਰ ਉਹ ਅੱਛਾ ਪਰਫਾਰਮ ਕਰ ਰਿਹਾ, ਇਹਦਾ ਮਤਲਬ ਕਿ ਉਹ ਕਬੂਤਰ ਉਹਦੀ ਬਲੱਡ ਲਾਈਨ ਅੱਛੀ ਹੈ, ਜਿਹੜਾ ਪਰਫਾਰਮ ਕਰ ਰਿਹਾ। ਜਿਹੜਾ ਹੈ ਕਿ ਇੱਕ ਉੱਡ ਰਿਹਾ ਇੱਕ ਨਹੀਂ ਉੱਡ ਰਿਹਾ, ਉਹ ਕੋਈ ਬਲੱਡ ਲਾਈਨ ਨਹੀਂ ਉਹਨਾਂ ਮੰਨਦਾ। ਮੈਂ ਮੰਨਦਾ ਕਿ ਜਿਹੜਾ ਕਬੂਤਰ ਹਰ ਬੱਚਾ ਹਰ ਮਾਦੀ ਦਾ ਬੱਚਾ ਉਡਾਏ, ਅੱਛੀ ਮਾਦੀ ਵੀ ਅੱਛੀ ਹੋਵੇ, ਉਹ ਬੱਚਾ ਉਡਾਏ, ਉਹ ਕਬੂਤਰ ਅੱਛਾ ਤੇ ਉਹਦੀ ਬਲੱਡ ਲਾਈਨ ਅੱਗੋਂ ਕੰਮ ਕਰੇਗੀ। ਤੁਸੀਂ ਉਸ ਕਬੂਤਰ ਨੂੰ ਜੋੜੇ ਪਾਓ, ਉਹਦੇ ਬੱਚੇ ਵੀ ਉੱਡਣਗੇ, ਉਹਦੇ ਬੱਚਿਆਂ ਦੇ ਬੱਚੇ ਵੀ ਉੱਡਣਗੇ। ਬਲੱਡ ਲਾਈਨ ਕਿੰਨੇ ਦਿਨਾਂ ਤੱਕ ਕੰਮ ਕਰੇਗੀ, ਕਿੰਨੀਆਂ ਫਿਰਤਾਂ ਉੱਡ ਜਾਏਗੀ? 25 ਸਾਲ ਹੋ ਗਏ ਨੇ ਕਬੂਤਰ ਉਹੀ ਚੱਲਦੇ ਆ ਰਹੇ ਨੇ, ਤੇ ਉਹੀ ਬਲੱਡ ਲਾਈਨ ਹੈਗੀ, ਅੱਛੀ ਉੱਡਦੀ ਆ ਰਹੀ ਹੈ। ਨਹੀਂ, ਮੈਂ ਫਿਰਤਾਂ ਦੀ ਗੱਲ ਕਰ ਰਿਹਾ। ਹਾਂ, ਅਸੀਂ ਕਹਿੰਦੇ ਨਾ ਯਾਰ ਬੜੀ ਅੱਛੀ ਬਲੱਡ ਲਾਈਨ ਦਾ ਕਬੂਤਰ ਹੈ, ਲੇਕਿਨ ਉਹ ਫਿਜ਼ੀਕਲੀ ਵੀ ਫਿਟਨੈਸ 'ਚ ਹੈ। ਉਹ ਜਿਹੜਾ ਅੱਛਾ ਬਲੱਡ ਲਾਈਨ ਦਾ ਕਬੂਤਰ ਹੋਏਗਾ ਤਾਂ ਆਪਣੀ 2-3 ਤੁਸੀਂ ਕੱਢੋਗੇ, 2-3 ਪਰਵਾਜ਼ਾਂ ਜੀ ਦੱਸ ਦੇਗਾ ਮੈਂ ਚੰਗਾ। ਅਵਲ ਤਾਂ ਪਹਿਲੇ ਦਿਨ ਹੀ ਉੱਠ ਕੇ ਦੱਸ ਦੇਗਾ ਕਿ ਮੈਂ ਚੰਗਾ ਵਾਂ, ਸਮਝ ਗਏ ਨਾ। ਉਹ ਆਪਣੇ ਆਪ ਤੋਂ ਨਜ਼ਰ ਆਏਗਾ, ਪਹਿਲੇ ਦਿਨ ਉੱਠ ਕੇ ਉਹ 2-3 ਘੰਟੇ ਫਿਰ ਕੇ ਆਏਗਾ, ਤਾਂ ਮੂੰਹ ਚੁੱਕੇਗਾ, ਸਮਾਨ ਵਾਲੀ ਚੁੱਕੇਗਾ, ਸਮਝ ਜੋ। ਤੇ ਜਿਹੜਾ ਵੀ ਅੱਛੀ ਬਲੱਡ ਲਾਈਨ ਹੈਗੀ, ਉਹ ਤੁਹਾਨੂੰ ਹਮੇਸ਼ਾ ਪ੍ਰਾਪਤ ਦੱਸੇਗਾ ਕਿ ਜੀ ਮੈਂ ਕੀ ਹੈਗਾ, ਉਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਤੇ ਬਾਕੀ ਜਿਸ ਤਰ੍ਹਾਂ 15-20 ਫੜਕਾ ਕਬੂਤਰ ਖਾ ਲੈਂਦਾ, ਉਹ ਤੋਂ ਮੁਕੰਮਲ ਬਣ ਜਾਂਦਾ ਕਬੂਤਰ। ਉਹਦਾ ਜਿਸਮ, ਉਹਦਾ ਪਰ, ਉਹਦੀ ਹਰ ਚੀਜ਼ ਜਿਹੜੀ ਹੈ ਉਹ ਕੱਸੀ ਜਾਂਦੀ ਹੈ, ਸੈੱਟ ਹੋ ਜਾਂਦਾ, ਕੁੰਦੇ ਉਹਦੇ ਠੀਕ ਹੋ ਜਾਂਦੇ ਨੇ ਜੀ। ਤੇ ਉਦੋਂ ਖੁਰਾਕ ਤੇ ਲੱਗ ਜਾਂਦਾ ਕਬੂਤਰ, ਤੇ ਉਹ ਬਿਹਤਰੀਨ ਕਬੂਤਰ ਹੋ ਜਾਂਦਾ। ਔਰ ਕਬੂਤਰ ਜਿਹੜਾ ਵੀ ਹੁੰਦਾ ਵੇ ਉਹ ਅੱਛਾ ਹੀ ਹੋਣਾ ਚਾਹੀਦਾ। ਮੈਂ ਵੀ ਨਹੀਂ ਮੰਨਦਾ ਕਿ ਉਹਨੂੰ ਮੈਡੀਸਨ ਦਿੱਤੀ ਜਾਏ ਤੇ ਉਹਨੂੰ ਫਲਾਂ ਚੀਜ਼ ਦਿੱਤੀ ਜਾਏ। ਉਹ ਕੋਈ ਕਬੂਤਰ ਹੁੰਦਾ ਜਿਹਨੂੰ ਥੋੜੀ ਬਹੁਤੀ ਕੋਈ ਦੇਸੀ ਨੁਸਖੇ ਦੀ ਜਾਂ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ। ਤੇ ਅੱਛਾ ਕਬੂਤਰ ਉਹੀ ਹੁੰਦਾ ਜਿਹੜਾ ਖੁਦ ਬਖੁਦ ਉੜੇ, ਖੁਦ ਬ ਖੁਦ ਉਹੀ ਅੱਛਾ ਕਬੂਤਰ ਹੈ। ਤੇ ਉਹ 'ਤੇ ਫੋਕਸ ਕਰਨਾ ਚਾਹੀਦਾ, ਉਹ ਐਸੇ ਹੀ ਕਬੂਤਰ ਰੱਖਣੇ ਚਾਹੀਦੇ ਨੇ। ਉਹ 'ਤੇ ਮੈਡੀਸਨ 'ਤੇ ਇੰਨਾ ਡਿਪੈਂਡ ਨਹੀਂ ਕਰਨਾ ਚਾਹੀਦਾ ਕਿ ਜੀ ਅਸੀਂ ਮੈਡੀਸਨ ਦਿਆਂਗੇ ਤੇ ਫਲਾਂ ਦਿਆਂਗੇ ਤੇ ਉਹ ਦਿਆਂਗੇ। ਆਪਣੇ ਆਪ ਕਬੂਤਰ ਉੱਡਣਾ ਚਾਹੀਦਾ। ਤੇ ਬਾਕੀ ਤੁਸੀਂ ਹਲਕਾ ਮੋਟਾ ਗਰਮ ਕਰੋ ਕਬੂਤਰ ਨੂੰ, ਤੇ ਉਹਦੇ 'ਚ ਇਨਸ਼ਾਅੱਲਾ ਅੱਛਾ ਉੱਡ ਕੇ ਬੈਠੇਗਾ। ਭੱਟ ਸਾਹਿਬ ਵੱਲ ਚੱਲਦੇ ਆ ਕਿਉਂਕਿ ਪਿੰਡੀ ਵਾਲੇ ਦੋਸਤ ਲੇਟ ਹੋ ਰਹੇ ਹੋਣਗੇ ਜੀ। ਭੱਟ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹਾਂਗਾ, ਇੱਕ ਬੜਾ ਗੇਮ ਦੇ ਬੰਦਿਆਂ ਵਾਸਤੇ ਸਵਾਲ। ਉਹ ਹੈ ਵੇ ਕਿ ਵਿਸਾਖ, ਜੇਠ ਔਰ ਅੱਸੂ ਦੇ ਕਬੂਤਰ ਕਿਉਂ ਡਿਫਰੈਂਟ ਹੋਣੇ ਚਾਹੀਦੇ ਨੇ ਜਾਂ ਕਿਉਂ ਡਿਫਰੈਂਟ ਨੇ? ਅਗਰ ਅਸੀਂ ਜੇਠ ਵਾਲੇ ਕਬੂਤਰ ਉਡਾਉਂਦੇ ਹਾਂ ਵਿਸਾਖ ਵਿੱਚ, ਜਾਂ ਵਿਸਾਖ ਵਾਲੇ ਜੇਠ 'ਚ, ਜਾਂ ਅੱਸੂ ਵਿੱਚ ਵੀ ਕਬੂਤਰ ਅਸੀਂ ਉਡਾਉਂਦੇ ਹਾਂ, ਕਈ ਦੋਸਤ ਉਡਾਉਂਦੇ ਨੇ, ਤੇ ਕਿਆ ਇਹ ਕਬੂਤਰਾਂ ਨੂੰ ਅਸੀਂ ਇੱਕ ਹੀ ਤਰ੍ਹਾਂ ਲੈਵਲ 'ਤੇ ਰੱਖ ਕੇ ਸਾਰੇ ਸੀਜ਼ਨ ਉਡਾ ਸਕਨੇ ਹਾਂ, ਜਾਂ ਸਾਨੂੰ ਇਹਨਾਂ ਵਾਸਤੇ ਕਿੰਨੀ ਕੁ ਮਿਹਨਤ ਕਰਨੀ ਪਏਗੀ ਜਾਂ ਇਸ ਲੈਵਲ ਤੱਕ ਜਾਣ ਵਾਸਤੇ? ਜੇਠ ਵਾਲਾ ਜਿਹੜਾ ਕਬੂਤਰ ਹੈ ਨਾ, ਜੀ, ਉਹ ਸ਼ਾਇਦ ਅੱਸੂ ਵਿੱਚ ਉਹ ਕਾਰਕਰਦਗੀ ਨਾ ਕਰ ਸਕੇ ਜਿਹੜਾ ਉਹ ਜੇਠ ਦੇ ਵਿੱਚ ਕਾਰਕਰਦਗੀ ਕਰਦਾ। ਕਿਉਂਕਿ ਜੇਠ ਦੇ ਵਿੱਚ ਮੈਂ ਆਪਣੇ ਮੌਸਮ ਦੀ ਗੱਲ ਕਰਾਂਗਾ ਜੀ ਜੀ, ਆਪਣੇ ਮੌਸਮ ਦੀ, ਲਾਹੌਰ। ਕਿਉਂਕਿ ਜੇਠ ਦਾ ਕਬੂਤਰ ਜਿਹੜਾ ਨਾ ਉਹ ਬਿਲਕੁਲ ਮੁਲਾਇਮ ਤੀਲੀ ਦਾ ਹੋਣਾ ਚਾਹੀਦਾ, ਠੀਕ ਹੈ। ਫਲੈਕਸੀਬਲ, ਬਿਲਕੁਲ ਫਲੈਕਸੀਬਲ ਤੀਲੀ ਦਾ, ਕਿਉਂਕਿ ਗੁੰਮ ਮੌਸਮ ਹੁੰਦਾ। ਇਹਦੇ ਬਰਅਕਸ
ਅਸੂ ਦਾ ਜਿਹੜਾ ਕਬੂਤਰ ਹੈ ਉਹ ਮੋਟੀ ਤੀਲੀ ਦਾ ਚੱਲਦਾ। ਅਸੂ ਦਾ ਕਬੂਤਰ ਉਹ ਚਲੇਗਾ ਜਿਹੜਾ ਘੱਟ ਗਹਿਰਾਈ ਕਰੇਗਾ। ਠੀਕ ਹੈ। ਜੇਠ ਦਾ ਕਬੂਤਰ ਉਹ ਚਲੇਗਾ ਜੋ ਜ਼ਿਆਦਾ ਗਹਿਰਾਈ ਕਰੇਗਾ। ਬਿਲਕੁਲ ਡਿਫਰੈਂਟ ਗੇਮਸ ਨੇ। ਐਸੇ ਤੋਂ ਅਸੂ ਦਾ ਕਬੂਤਰ ਜੇਠ ਦੇ ਜਿਹਦੀ ਕਾਮਯਾਬ ਹੋ ਸਕਦਾ ਕਦੀ ਵੀ। ਜੇਠ ਦਾ ਕਬੂਤਰ ਅਸੂ ਬੇਸ਼ੱਕ ਅਸੂ ਦੇ ਵਿੱਚ ਉਹਦੇ ਵਾਸਤੇ ਨਰਮ ਮੌਸਮ ਹੈ, ਲੇਕਿਨ ਉਹ ਕਾਮਯਾਬ ਨਹੀਂ ਹੋ ਸਕਦਾ। ਉਹ ਹਵਾ ਨੂੰ ਉਸ ਤਰ੍ਹਾਂ ਟੈਕਲ ਨਹੀਂ ਕਰ ਸਕਦਾ ਜਿਸ ਤਰ੍ਹਾਂ ਜਰਾ ਥੋੜੀ ਜੀ ਬਿਹਤਰ ਮਜ਼ਬੂਤ ਤੀਲੀ ਦਾ ਕਰੇਗਾ। ਔਰ ਨਾਲ ਉਹਨੇ ਗਹਿਰਾਈ ਨਹੀਂ ਗੱਲ ਨਹੀਂ ਕਿ ਉਹਨੇ ਨਿਕਲਣਾ ਹੀ ਉਸ ਵੇਲੇ ਜਿਸ ਵੇਲੇ ਹਨੇਰਾ ਹੋ ਗਿਆ ਹੋਣਾ। ਠੀਕ ਹੈ। ਉਹਦੀ ਪਰਵਾਜ਼ ਉਧਰ ਪੂਰੀ ਨਹੀਂ ਹੋਣੀ। ਲੇਕਿਨ ਵਿਸਾਖ ਦਾ ਕੀ ਪੈਰਾਮੀਟਰ ਹੋਏਗਾ ਇਹਦੇ ਵਿੱਚ? ਵਿਸਾਖ ਦੇ ਵਿੱਚ ਤੇ ਜੇਠ ਦੇ ਮੇਰੇ ਖਿਆਲ ਨਾਲ 80% ਲੋਕਾਂ ਦੇ ਜਿਹੜੇ ਕਬੂਤਰ ਵਿਸਾਖ ਤੋਂ ਹੀ ਚੱਲ ਰਹੇ ਹੁੰਦੇ ਨੇ, ਫੜਕਾਂ ਤੋਂ ਜਿਹੜੇ ਆ ਰਹੇ ਹੁੰਦੇ ਨੇ ਉਹੀ ਅੱਗੇ ਆਉਂਦੇ ਨੇ। ਠੀਕ ਹੈ। ਕੋਈ ਨਵਾਂ ਕਬੂਤਰ ਤਾਂ ਨਹੀਂ ਉਹ ਵਿਸਾਖ ਤੋਂ ਲਾਹੌਰ ਚ ਅਕਸਰ ਔਕਾਤ ਅਸੀਂ ਇਹ ਚੀਜ਼ ਸੁਣੀ ਹੈ ਜੀ, ਹਲੇ ਤੇ ਅਸੀਂ ਵਿਸਾਖ ਵਾਲੇ ਕੱਢੇ ਨੇ, ਵਿਸਾਖ ਦਾ ਮਿਡ ਹੈ ਕਿ ਜੀ ਹੁਣ ਅਸੀਂ ਜੇਠ ਵਾਲੇ ਕੱਢੇ ਨੇ। ਇਹਦਾ ਕੋਈ ਕਨਸੈਪਟ ਮੇਰੇ ਸਮਝ ਵਿੱਚ ਨਹੀਂ ਆਉਂਦਾ। ਕਨਸੈਪਟ ਇਹ ਹੁੰਦਾ ਹੈ, ਸਿਰਫ ਇਹ ਫਰਕ ਹੁੰਦਾ ਹੈ ਕਿ ਉਹ ਕਬੂਤਰ ਜਿਹੜੇ ਨੇ ਵੱਡੀਆਂ ਫੜਕਾਂ ਜਿਹੜੇ ਦੇ ਰਹੇ ਹੁੰਦੇ ਨੇ ਨਾ ਉਹਨਾਂ ਨੂੰ ਜ਼ਰਾ ਆਰਾਮ ਨਾਲ ਚਲਾ ਰਹੇ ਹੁੰਦੇ ਨੇ, ਤੇ ਜਿਹੜੇ ਜ਼ਰਾ ਥੋੜੀ ਨੀਵੀਂ ਫੜਕਾਂ ਦੇ ਰਹੇ ਹੁੰਦੇ ਨੇ ਉਹਨਾਂ ਨੂੰ ਰੈਗੂਲਰ ਚਲਾ ਰਹੇ ਹੁੰਦੇ ਨੇ। ਠੀਕ ਹੈ। ਉਹਨਾਂ ਨੂੰ ਰੈਸਟ ਨਹੀਂ ਦੇ ਰਹੇ ਹੁੰਦੇ, ਉਹਨਾਂ ਨੂੰ ਬਿਲਕੁਲ ਡੱਕ ਵੀ ਨਹੀਂ ਦੇ ਰਹੇ ਹੁੰਦੇ, ਕਈ ਤੇ ਬਿਲਕੁਲ ਮੁਸਤਕਿਲ ਮਾਰ ਕੇ ਉਹਨਾਂ ਨੂੰ ਲਿਆ ਰਹੇ ਹੁੰਦੇ ਨੇ। ਠੀਕ ਹੈ। ਜਾਂ ਜਿਹੜੇ ਤੁਹਾਡੇ ਕਬੂਤਰ ਜੇਠ 'ਚ ਛੱਡਦੇ ਹੁੰਦੇ ਨੇ ਉਹਨਾਂ ਨੂੰ ਪਰਫਾਰਮ ਪਿਛਲੇ ਜੇਠ ਦੇ ਉੱਡੇ ਹੁੰਦੇ ਨੇ ਉਹ ਸੰਭਾਲ ਕੇ ਪਤਾ ਯਾਰ ਹਲੇ ਮੈਂ ਉਹ ਜੇਠ ਵਾਲੇ ਨਹੀਂ ਕੱਢੇ, ਹਲੇ ਤੇ ਮੈਂ ਆਪਣੇ ਨਵੇਂ ਪੱਠੀਆਂ ਵਿਸਾਖ ਵਾਸਤੇ ਕੱਢੇ। ਇਹ ਫਰਕ ਨਹੀਂ ਹੁੰਦਾ ਕਿ ਕਬੂਤਰਾਂ ਹੀ ਫਰਕ ਹੈ। ਕਈ ਦਫਾ ਉਹਨਾਂ ਦੀ ਵਾਰੀ ਵੀ ਨਹੀਂ ਆਉਂਦੀ ਕਿ ਤੁਹਾਡਾ ਸੈੱਟ ਐਸਾ ਬਣ ਗਿਆ ਹੁੰਦਾ। ਤੁਸੀਂ ਜ਼ਿਆਦਾਤਰ ਜਿਹੜੇ ਕਾਮਯਾਬ ਲੋਕ ਕਾਮਯਾਬ ਹੁੰਦੇ ਨੇ ਨਾ ਜੀ ਜੀ, ਉਹਨਾਂ ਦੇ ਵਿਸਾਖ ਵਾਲਾ ਹੀ ਸੈੱਟ ਅੱਗੇ ਚੱਲਦਾ ਹੈ। ਇਸੇ ਤਰ੍ਹਾਂ ਹੁੰਦਾ ਨਾ ਵਿਕਾਸ ਭਾਈ ਜੀ ਬਿਲਕੁਲ ਐਸਾ। ਤੇ ਫਰਕ ਆਂਦਾ ਹੈ ਜਦੋਂ ਮੌਸਮਾਂ ਦਾ ਹੀ ਫਰਕ ਆਂਦਾ, ਕਿਉਂਕਿ ਅਸੂ ਦੇ ਹੀ ਦੇਖੋ ਹਵਾਵਾਂ ਹੁੰਦੀਆਂ, ਜੀ ਜੀ, ਨਰਮੀ ਹੁੰਦੀ ਥੋੜੀ ਜੀ ਮੌਸਮ ਜੀ ਹਾਂ, ਜੀ ਹਾਂ। ਉਹ ਨਰਮੀ ਦੀ ਆ ਤਾਂ ਕਬੂਤਰ ਜਦੋਂ ਬੁਲੰਦੀ ਕਰ ਲੈਂਦਾ ਨਾ, ਜੇਠ ਵਾਲਾ ਕਬੂਤਰ, ਜੇਠ ਦਾ ਮਕਸਦ ਹੀ ਇਹ ਹੈਗਾ ਕਿ ਬੁਲੰਦੀ ਜਿਹੜਾ ਬੁਲੰਦੀ ਫੜੇਗਾ ਨਾ ਕਬੂਤਰ ਉਹ ਜੇਠ ਹੀ ਜਿਹੜਾ ਉਹ ਪਰਫਾਰਮ ਕਰੇਗਾ। ਅਸੂ ਦੇ ਜੋ ਜ਼ਿਆਦਾ ਬੁਲੰਦੀ ਕਰੇਗਾ ਉਹ ਪਰਫਾਰਮ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੇ ਰਾਤ ਰਹਿ ਜਾਣਾ। ਉਹਨੇ ਵਾਪਸ ਆਉਣ ਦੇ ਦੇਖੋ ਨਾ ਉੱਤੇ ਜਾਣ ਦੇ ਜਿਹੜਾ ਨਾ ਇੰਨੀ ਪਾਵਰ ਨਹੀਂ ਲੱਗਦੀ ਜਦੋਂ ਕਬੂਤਰ ਨੂੰ ਉੱਤੋਂ ਥੱਲੇ ਆਉਣ ਦੇ ਹੀ ਪਾਵਰ ਲੱਗਦੀ। ਠੀਕ ਹੈ। ਇਸ ਤੋਂ ਇਹ ਡਿਫਰੈਂਸ ਹੈਗਾ। ਠੀਕ ਛੋਟਾ ਹੈਗਾ। ਅਗਰ ਉਸੇ ਕਬੂਤਰ ਨੂੰ ਜੇਠ ਵਾਲੇ ਕਬੂਤਰ ਨੂੰ ਹੀ ਇੰਨਾ ਕੋ ਕੁੱਟਿਆ ਜਾਏ, ਉਹਦੀ ਮਿੱਦ ਕੱਢ ਦਿੱਤੀ ਜਾਏ ਔਰ ਉਹਨੂੰ ਪੂਰਾ ਕੰਟਰੋਲ ਕਰ ਦਿੱਤਾ ਜਾਏ, ਕਰ ਹੀ ਨਹੀਂ ਸਕਦੇ ਤੁਸੀਂ। ਉਹਨੇ ਜਾ ਕੇ ਤੇ ਆਪਣੀ ਬੁਲੰਦੀ ਦੇ ਉਸੇ ਟੋਪ ਤੇ ਹੀ ਉੱਡਣਾ ਨਾ, ਉਹਦੀ ਆਦਤ ਹੈ ਉਸ ਜਗ੍ਹਾ ਤੇ ਜਾਣਾ, ਉਹਨੇ ਉਧਰ ਜਾਣਾ ਤੇ ਉਹਨੇ ਖਲੋਣਾ। ਬੰਦਾ ਨਾ ਖੁਰਾਕ ਤੇ ਲਾਏ, ਬੰਦਾ ਦਾਣੇ ਤੇ ਉਹਨੂੰ ਡਾਈ ਜੇ। ਨਹੀਂ ਦਰਅਸਲ ਮੈਂ ਤੁਹਾਨੂੰ ਦੱਸਣਾ, ਇਹ ਪਾਕਿਸਤਾਨ ਦਾ ਤਾਂ ਮੈਨੂੰ ਆਈਡੀਆ ਨਹੀਂ ਇੰਨਾ ਹੈਗਾ ਕਿ ਮੈਂ ਇੱਥੇ ਸ਼ੌਕ ਨਹੀਂ ਕੀਤਾ। ਇਹ ਮੈਂ ਹੁਣੀ ਕੋਈ 4-5 ਕੱਪ ਉਡਾ ਕੇ ਆਇਆ। ਅਸੀਂ ਜੇਠ ਵਾਲੇ ਕਬੂਤਰਾਂ ਨੂੰ ਕੁੱਟਿਆ, ਅੱਗੇ 10ਵੇਂ ਮਹੀਨੇ ਚੋਂ ਹੀ ਲੈ ਕੇ ਆਏ ਹਾਂ ਜੇਠ ਵਾਲੇ ਕਬੂਤਰਾਂ ਨੂੰ, ਔਰ ਉਹਨੂੰ ਅਸੀਂ ਰਾਤ ਵੀ ਵਿਖਾਈ ਹੈ। ਉਹਦੇ 'ਚ ਕੁਝ ਕਬੂਤਰ ਮੇਰੇ 8 ਵਜੇ ਤੱਕ ਬੈਠੇ ਵੀ ਹੈਗੇ ਨੇ, ਯਾਨੀ ਸੁਪਰ ਪਰਵਾਜ਼ ਵੀ ਫੜੀ ਹੈ। ਮਗਰ ਉਹ ਕੀ ਹੁੰਦਾ, ਉਹ ਕਬੂਤਰ ਦੇ ਉੱਤੇ ਤੁਸੀਂ ਫਿਰ ਥੱਲੇ ਤਸਵੀਰ ਘੁਮਾਉਣਾ ਸ਼ੁਰੂ ਕਰ ਲਓ। ਅੱਛਾ ਹਾਂ ਕਿ ਹੁਣ ਤੁਹਾਡੇ ਲੱਗ ਕੇ ਗਈ ਹੈ ਕਿ ਬਹਿ ਗਿਆ ਤਾਂ ਬੱਲੇ ਬੱਲੇ, ਨਾ ਬੈਠਾ ਤੇ ਫਿਰ ਸਭ ਤੋਂ ਪਿੱਛੇ ਤੁਸੀਂ ਹੈਗੇ। ਮਗਰ ਕੀ ਰਾਤ ਦੇ ਲਾਏ ਨੇ ਉਹ ਫਿਰ ਕਬੂਤਰ ਦਾ ਮਜ਼ਾਜ ਹੈਗਾ, ਜਿਹੜਾ ਜੇਠੀਆ ਕਬੂਤਰ ਹੈ ਨਾ ਉਹ 10ਵੇਂ ਮਹੀਨੇ 'ਚ ਆਪਣੇ ਮਜ਼ਾਜ 'ਚ ਬਹਿ ਗਿਆ, ਤੁਹਾਡੀ ਕਿਸਮਤ ਹੈਗੀ। ਰਾਤ ਦਾ ਲੱਗਾ ਕਬੂਤਰ ਜਿਹੜਾ ਨਾ ਕਦੀ ਕਦੀ ਤੁਹਾਨੂੰ ਧੋਖਾ ਦੇ ਜਾਂਦਾ, ਨਹੀਂ ਬਹਿੰਦਾ ਹੈਗਾ। ਹੁਣ ਇਸ ਦਫਾ ਮੈਂ ਯਾਨੀ ਉੱਥੇ ਗੱਲ ਵੀ ਕੀਤੀ ਹੈਗੀ ਹੈ, ਮੈਂ ਕਿਹਾ ਯਾਰ ਮੇਰੀ 6:32 ਤੇ ਇੱਕ ਮਾਦੀ ਬੈਠੀ, ਹਨੇਰਾ ਹੋ ਗਿਆ, ਮਗਰਿਬ ਦੀ ਜ਼ਾਨ ਹੋ ਗਈ ਹੈ, ਮਾਦੀ ਬੈਠੀ ਜਿਹੜੀ ਰਾਤ ਨਹੀਂ ਲੱਗੀ ਉਹ ਆ ਕੇ ਬਹਿ ਗਈ। ਜੇ ਮੇਰਾ ਰਾਤ ਲੱਗਾ ਕਬੂਤਰ ਹੈਗਾ ਉਹ 8:15 ਵਜੇ ਤੱਕ ਸਾਹਮਣੇ ਘੁੰਮਦਾ ਪਿਆ। ਸਹੀ ਗੱਲ, ਨਹੀਂ ਬੈਠਾ। ਤਾਂ ਇਹ ਦੂਜਾ ਕੀ ਹੈਗਾ, ਕਬੂਤਰਬਾਜ਼ੀ ਜਾਂ ਜੇਠ ਹੋਏ ਜਾਂ ਅੱਗੇ ਵਿਸਾਖ ਵਗੈਰਾ ਜਿਹੜੀ ਵੀ ਤੁਹਾਡਾ ਖੇਤਰ ਹੈਗਾ ਉਹਦੇ ਜਗ੍ਹਾ ਲੱਗ ਬਾਈ ਚਾਂਸ ਹੈਗਾ। ਕਿਉਂ ਤੁਹਾਡਾ ਰਾਤ ਲੱਗਾ ਕਬੂਤਰ ਵੀ ਚਾਂਸ ਹੈਗਾ ਕਿ ਤੁਹਾਡਾ ਅਗਰ ਬਹਿ ਜਾਂਦਾ ਨਾ ਉਹ ਵੀ ਇੱਕ ਤੁਹਾਨੂੰ ਤੁਹਾਡੀ ਲੱਗ ਕੇ ਕਿਤੇ ਬਹਿ ਗਿਆ। ਅਦਰਵਾਈਜ਼ ਅਗਰ ਉੱਤੇ ਲੱਸ ਅੱਛੀ ਚੱਲ ਰਹੀ ਹੈ, ਉਹਨੂੰ ਅੱਛਾ ਮਹਿਸੂਸ ਹੋ ਰਿਹਾ, ਨਹੀਂ ਬੈਠੇਗਾ, ਓਵਰ ਟਾਈਮ ਹੋ ਜਾਏਗਾ। ਸਹੀ। ਅੱਛਾ ਲਾਸਟ ਸਵਾਲ ਮੇਰੇ ਖਿਆਲ ਨਾਲ ਕਰੀਏ, ਕਿਉਂਕਿ ਉਹ ਇੱਕ ਹੋਰ ਗੱਲ ਮੈਂ ਇੰਟਰਵਿਊ ਵਿੱਚ ਦੱਸਿਆ ਵੀ ਸੀ ਕਿ ਜੋ ਅਸੂ ਹੈ ਨਾ ਉਹਦੇ ਚੈਂਪੀਅਨਸ ਕਬੂਤਰ ਉਹੀ ਨੇ ਜਿਹੜੇ 12-1-1.5 ਦੇ ਗੇੜੇ ਦੇ ਵਿੱਚ ਨੰਗੇ ਤੁਹਾਨੂੰ ਨੰਗੇ ਹੋ ਕੇ ਵਿਖਾ ਦਿੰਦੇ ਨੇ, ਕਿਉਂਕਿ 2 ਵਜੇ ਤੋਂ ਬਾਅਦ ਨਾ ਮੌਸਮ ਬਹੁਤ ਜ਼ਿਆਦਾ ਨਰਮ ਹੋ ਜਾਂਦਾ ਅਸੂ ਦੇ ਵਿੱਚ ਨਾ, ਪਾਕਿਸਤਾਨ ਦੇ ਲਾਹੌਰ ਦੇ ਵਿੱਚ, ਬਾਕੀ ਜਗ੍ਹਾ ਤੇ ਵੀ ਇੰਝ ਹੀ ਹੋਏਗਾ। ਉਹ ਗੁਲਾਬੀ ਮੌਸਮ ਹੁੰਦੀ ਆ ਤਾਂ ਨਾ ਕਬੂਤਰ ਖਲੋ ਜਾਂਦਾ, ਉਹ ਰਸਤੇ 'ਚ ਹੀ ਖਲੋ ਜਾਂਦਾ। ਕਈ ਵਾਰੀ ਉੱਥੇ ਰਾਤ ਰਹੇ ਨੇ ਤੁਹਾਡੇ ਸਾਹਮਣੇ ਰਹਿੰਦੇ ਨੇ। ਹੁਣ ਮੁੰਤਜ਼ਿਰ ਭਾਈ ਦੇ ਕਬੂਤਰ ਇਸ ਵੇਲੇ ਨਿਕਲੇ, ਕਬੂਤਰ ਜਾ ਕੇ 7-7 ਵਜੇ ਬਹਿੰਦੇ ਨੇ। ਹਾਂਜੀ ਤੇ ਇਸ ਵੇਲੇ ਤੋਂ ਸਭ ਤੋਂ ਬਿਹਤਰੀਨ ਕਬੂਤਰ ਹੈ ਜਿਹੜਾ ਤੁਹਾਡੇ ਸਾਹਮਣੇ ਆ ਕੇ 2 ਵਜੇ ਸਾਹਮਣੇ ਖਲੋ ਜੇ। ਉਹਦੇ ਬਾਅਦ ਉਧਰ 5 ਘੰਟੇ ਲਾਏ, 4 ਘੰਟੇ ਲਾਏ, ਤੁਹਾਨੂੰ ਇਹ ਯਕੀਨ ਹੈ ਕਿ ਉਹਨੇ ਬਹਿ ਜਾਣਾ। ਜਿਹੜਾ ਲੇਟ ਨਿਕਲੇਗਾ ਉਹਨੇ ਲੇਟ ਨਿਕਲ ਕੇ ਆਖਰ ਉਹ ਗੁਲਾਬੀ ਮੌਸਮ ਹੀ ਘੁੰਮਣਾ ਹੈ, ਉਹ ਘੁੰਮੇਗਾ ਤੇ ਉਹਦੇ ਰਾਤ ਰਹਿਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ। ਸਹੀ ਗੱਲ। ਸਾਈ ਲਾਸਟ ਸਵਾਲ, ਕਿਉਂਕਿ ਪਿੰਡੀ ਵਾਲੇ ਭਰਾਵਾਂ ਨੇ ਜਾਣਾ ਵਾਪਸ।
ਤੇ ਅਸੀਂ ਉਹਨਾਂ ਨੂੰ ਜ਼ਿਆਦਾ ਰੋਕਾਂਗੇ ਨਹੀਂ। ਲਾਹੌਰ ਆ ਅਸੀਂ, ਦੁਬਈ ਆ ਅਸੀਂ, ਉਹ ਜਾਂ ਇੱਥੇ ਕਿਸੇ ਨੋਰਦਰਨ ਏਰੀਆ 'ਚ ਚਲੇ ਜਾਈਏ, ਕਬੂਤਰ ਨੇ ਇੱਕ ਸਪੈਸੀਫਿਕ ਹਾਈਟ ਕਰਨੀ ਹੈ। ਫਰਜ਼ ਕਰ ਲਓ 200 ਫੁੱਟ ਜਾਂਦਾ, ਅਸੀਂ ਵੈਸੇ ਅਜ਼ੂਮ ਕਰ ਰਹੇ ਹਾਂ ਕਿ 200 ਫੁੱਟ ਤੇ ਉਹਦੀ ਮੈਕਸਿਮਮ ਹਾਈਟ ਹੈ। ਇਹ ਤਿੰਨੋਂ ਇਲਾਕਿਆਂ ਦੇ ਵਿੱਚ ਉੱਤੇ ਜਦੋਂ ਜਾਏਗਾ ਉਹ ਸੇਮ ਵੈਦਰ ਉਹਨੂੰ ਮਿਲੇਗਾ? ਨਹੀਂ, ਬਿਲਕੁਲ ਐਸਾ ਨਹੀਂ ਹੈ। ਹਰ ਇੱਕ ਦੀ ਕੰਡੀਸ਼ਨ ਫਰਕ ਹੈਗੀ ਹੈ, ਠੀਕ ਹੈ। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਦਿੰਦਾ। ਅਗਰ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ, ਉੱਥੇ ਹਿਊਮਿਡਿਟੀ ਬਹੁਤ ਜ਼ਿਆਦਾ ਹੈਗੀ ਹੈ। ਕਬੂਤਰ ਇੱਕ ਸਪੈਸੀਫਾਈਡ ਜੋ ਏਰੀਆ ਨੂੰ ਜਦੋਂ ਕ੍ਰਾਸ ਕਰਦਾ ਨਾ, ਫਿਰ ਆਕਸੀਜਨ ਲੈਵਲ ਘੱਟ ਹੋ ਜਾਂਦਾ ਉੱਥੇ। ਸਾਡੇ ਪਾਸੇ ਆਕਸੀਜਨ ਲੈਵਲ ਘੱਟ ਹੈਗਾ, ਹਾਂ, ਠੀਕ ਹੈ। ਉਹਦੇ ਵਿੱਚ ਕਬੂਤਰ ਦਾ ਬਰਦਾਸ਼ਤ ਕਰਨਾ, ਕਿਉਂ ਉਹ ਕਬੂਤਰ ਬੱਚਾ ਜੋ ਬਚਪਨ ਤੋਂ ਉੱਡਦਾ ਆ ਰਿਹਾ ਨਾ, ਉਹ ਆਪਣੇ ਆਪ ਨੂੰ ਮੇਨਟੇਨ ਕਰ ਲਏਗਾ। ਰਾਸੇ ਭਾਈਏ ਜੀ, ਉਹਨੂੰ ਪਤਾ ਹੋਏਗਾ ਕਿ ਮੈਂ ਇਸ ਲੈਵਲ ਤੇ ਆਣਾ ਤੇ ਮੈਨੂੰ ਇਹ ਚੀਜ਼ਾਂ ਫੇਸ ਕਰਨੀਆਂ ਹੈਗੀਆਂ ਨੇ, ਉਹ ਉੱਥੇ ਐਡਜਸਟ ਹੋ ਜਾਏਗਾ। ਮਗਰ ਤੁਸੀਂ ਪਾਕਿਸਤਾਨ ਤੋਂ ਕੋਈ ਕਬੂਤਰ ਲਿਜਾ ਕੇ ਉੱਥੇ ਪੱਕਾ ਕਰਕੇ ਉਹਨੂੰ ਉਡਾਓਗੇ, ਉਹ ਜ਼ਾਇਆ ਹੋ ਜਾਏਗਾ। ਉਸ ਇਲਾਕੇ ਵਾਸਤੇ ਉਧਰ ਦਾ ਕਬੂਤਰ ਹੀ, ਬਚਪਨ ਤੋਂ ਉੱਡਿਆ ਹੋਇਆ ਕਬੂਤਰ ਹੀ ਕਾਮਯਾਬ ਹੈਗਾ। ਸੇਮ ਤੁਹਾਡਾ ਤੇ ਲਾਹੌਰ ਹੋਏ ਜਾਂ ਤੁਸੀਂ ਅੱਗੇ ਚਲੇ ਜਾਓ, ਨਾਰਦਰਨ ਏਰੀਆ ਵਾਲੇ ਪਾਸੇ ਚਲੇ ਜਾਓ, ਹਰ ਇੱਕ ਦੀ ਇੱਕ ਸਪੈਸੀਫਿਕੇਸ਼ਨ ਹੈਗੀ ਹੈ। ਉਸ ਸਪੈਸੀਫਿਕੇਸ਼ਨ ਦੇ ਵਿੱਚ ਬੱਚੇ ਦਾ ਬਚਪਨ 'ਚ ਉੱਡਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਉਹ ਆਪਣਾ ਘਰ ਬਣਾਏ। ਤੁਸੀਂ ਹੁਣ ਇੱਥੋਂ ਚਲੇ ਜਾਂਦੇ ਹੋ, ਇੱਥੋਂ ਪੰਜਾਬ ਤੋਂ ਕਬੂਤਰ ਉੱਥੇ ਭੇਜ ਦਿਓ, ਐਡਜਸਟ ਨਹੀਂ ਹੁੰਦੇ। ਯਾਨੀ ਉਹ ਐਡਜਸਟਮੈਂਟ ਦਾ ਉਹਦਾ ਜਿਹੜਾ ਰੇਸ਼ੋ ਹੈਗੀ ਨਾ, ਮੈਂ ਸ਼ਾਇਦ 100 ਵਿੱਚੋਂ ਸ਼ਾਇਦ ਹੋਏਗੀ 40%, 60% ਜ਼ਾਇਆ ਹੋ ਜਾਏਗਾ। ਵਜ੍ਹਾ ਕੀ ਹੈ? ਕਿਉਂਕਿ ਉਸ ਏਰੀਆ ਦਾ ਉਹ ਆਦੀ ਨਹੀਂ ਹੈਗਾ। ਬਾਕੀ ਅਗਰ ਤੁਸੀਂ ਓਵਰਆਲ ਤੁਸੀਂ ਚੈੱਕ ਕਰਦੇ ਹੈਗੇ ਹੋ ਤਾਂ ਓਵਰਆਲ ਇਹ ਹੀ ਹੈ ਕਿ ਦੇਖੋ, ਕੋਈ ਵੀ ਬਰਡ ਹੈਗਾ ਨਾ, ਉਹ ਬਰਡ ਦਾ ਉਸ ਇਲਾਕੇ ਜਾ ਕੇ ਉੱਥੇ ਬਰੀਡ ਕਰਕੇ ਉਹ ਬੱਚੇ ਜਦੋਂ ਉੱਥੇ ਪੈਦਾ ਹੋ ਕੇ ਨਿਕਲਣ ਦੇ, ਉਸ ਮਾਹੌਲ ਨੂੰ ਅਡਾਪਟ ਕਰਨ ਦੇ, ਉਹ ਜ਼ਿਆਦਾ ਪਰਫਾਰਮੈਂਸ ਦੇਣ। ਚਾਹੇ ਉਹਦੀ ਜੋ ਵੀ ਬਲੱਡ ਲਾਈਨ, ਜੋ ਕੋਈ ਵੀ ਬਲੱਡ ਲਾਈਨ। ਦੇਖੋ, ਬਲੱਡ ਲਾਈਨ ਦਾ ਮਤਲਬ ਕੀ ਹੈ? ਅੱਛੀ ਬਲੱਡ ਲਾਈਨ ਤੁਸੀਂ ਲੈ ਕੇ ਜਾਓਗੇ ਨਾ, ਅੱਛੀ ਬਲੱਡ ਲਾਈਨ ਦਾ ਉੱਥੇ ਜਾ ਕੇ ਜੋ ਉਹਦਾ ਨਸਲ ਚਲਾ ਕੇ ਉਹ ਬੱਚਿਆਂ ਨੂੰ ਉੱਥੇ ਪਰਫਾਰਮ ਕਰਨਾ, ਤਾਂ ਕਿ 10 ਪਰ ਸਾਫ਼ ਹੋਏ, ਬਚਪਨ ਵਿੱਚ ਉੱਡੇ, 10 ਪਰ ਸਾਫ਼ ਹੋ ਕੇ ਉੱਡੇ, ਸਾਰੇ ਮੌਸਮ ਵੇਖੇ, ਤਾਂ ਉਹ ਐਡਜਸਟ ਕਰ ਦੇਗਾ। ਇਹਦੀ ਮਿਸਾਲ ਇੰਝ ਜਿਵੇਂ ਅਸੀਂ ਯੂਰਪ ਵਾਲੀ ਸਾਈਡ ਤੇ ਜਾਈਏ ਤਾਂ ਸਾਨੂੰ ਬਹੁਤ ਠੰਡ ਲੱਗੇਗੀ, ਬਿਲਕੁਲ, ਲੇਕਿਨ ਜਿਹੜੇ ਸਾਡੇ ਬੱਚੇ ਹੋਣਗੇ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਉਹ ਲੱਗੇਗੀ। ਐਡਜਸਟ ਕਰ ਜਾਂਦੇ, ਮਾਹੌਲ ਦਾ ਅਸਰ ਹੈਗਾ ਨਾ। ਹੁਣ ਦੇਖੋ, ਹੁਣ ਜਿਹੜੇ ਬੱਚੇ ਸਾਊਦੀ ਅਰਬ ਜਾਂ UAE 'ਚ ਪੈਦਾ ਹੁੰਦੇ ਨੇ, ਉਹ ਗਰਮੀ ਨੂੰ ਟੋਲਰੇਟ ਕਰ ਲੈਂਦੇ ਨੇ, ਐਡਜਸਟ ਕਰ ਲੈਂਦੇ ਨੇ। ਮਗਰ ਜਿਹੜਾ ਬੱਚਾ ਇੱਥੋਂ ਜਾਏਗਾ, ਉਹ ਡੀਹਾਈਡਰੇਟ ਹੋ ਜਾਏਗਾ ਜਲਦੀ। ਉਹਦਾ ਆਪਾਂ ਯਾਨੀ ਉਹਨੂੰ ਤੁਸੀਂ ਡ੍ਰਿਪਲ ਲਗਵਾਉਣ ਤੇ ਲੈ ਕੇ ਜਾਓਗੇ, ਕਿਉਂ? ਉਸ ਗਰਮੀ ਦਾ, ਉਸ ਮੌਸਮ ਦਾ ਉਹ ਆਦੀ ਨਹੀਂ ਹੈਗਾ। ਤੇ ਜਾਨਵਰ ਵੀ ਇੰਝ ਹੈਗਾ। ਅੱਛਾ, ਇੱਥੇ ਤੇ ਇੱਕ ਚੀਜ਼ ਇਸ ਕੰਡੀਸ਼ਨ ਹੈ ਕਿ ਲਾਹੌਰ ਦਾ ਥੱਲੜਾ ਕਬੂਤਰ ਬਾਹਰ ਸ਼ਹਿਰਾਂ 'ਚ ਜਾ ਕੇ ਬੜਾ ਅੱਛਾ ਉੱਡਦਾ, ਉਹ ਕਿਸ ਵਜ੍ਹਾ ਤੋਂ ਫਿਰ ਉੱਡਦਾ? ਕਿਸ ਮੌਸਮ ਦਾ? ਹਰ ਮੌਸਮ 'ਚ? ਨਹੀਂ, ਹਰ ਮੌਸਮ ਦਾ। ਹਰ ਮੌਸਮ ਦਾ ਜੇੜ ਤੇ ਜਾਇਆ ਕਬੂਤਰ ਜਾ ਕੇ ਨਾ ਦੂਸਰੇ ਇਲਾਕਿਆਂ 'ਚ ਬਹੁਤ ਨਹੀਂ, ਇੱਥੇ ਥੱਲੜੇ ਕਬੂਤਰ ਨਾ 12-1 ਵਜੇ ਉੱਥੇ ਸ਼ਾਮ ਹੀ ਕਰਦੇ ਨੇ। ਨਹੀਂ, ਸਹੀ ਕਹਿ ਰਿਹਾ, ਇਹ ਸਹੀ ਕਹਿ ਰਿਹਾ। ਜਿਹੜਾ ਸਾਡਾ ਇੱਥੋਂ ਦਾ ਕਬੂਤਰ ਹੈ ਨਾ, ਇੱਥੇ ਦਾ ਕਬੂਤਰ ਨੇ ਜਿਹੜਾ ਇੱਥੋਂ ਦੇ ਜੇਠ ਦੀ ਗਰਮੀ ਸਹੀ ਹੀ ਹੈ, ਜਿਹੜਾ ਇੱਥੇ 12-1 ਵਜੇ ਤੱਕ ਬੈਠਦਾ। ਸੈਕਿੰਡ ਕਰਾਂਗਾ। ਹਾਂ, ਸਾਡੇ ਲਾਹੌਰ ਦੇ ਜਿਹੜੇ ਕਬੂਤਰ ਨੇ ਨਾ, ਜਿਹੜੇ 12-1 ਵਜੇ ਇੱਥੇ ਬੈਠਦੇ ਨੇ ਗਰਮੀ ਦੇ ਮੌਸਮ, ਗਰਮੀ ਦੇ ਮੌਸਮ ਵਿੱਚ ਜਿਹੜੇ 12-1 ਵਜੇ ਬੈਠਦੇ, ਇਹ ਇੱਕ ਇੱਥੇ ਗੱਲ ਹੈਗੀ, ਇੱਥੇ ਪੋਲੂਸ਼ਨ बहुत ज़्यादा है, बर्निंग, गाड़ियों का धुआं, रेसेस। फॉर एग्जांपल हम ये यूज़ कर रहे हैं सेल फोन, एक घर में 6-7, एक घर में 6-7, 8, रेडिएशन बहुत ज़्यादा है। आपके अगर पोल्स देखें इनके जो लगेंगे वो बहुत ज़्यादा है, 5G है हमारे पास। और गांव में या आउटसाइड पे आप जाके देखेंगे ना, तो एक टाउन में एक पोल है, सिर्फ मोबिलिंग का होगा या टेलीनॉर का होगा या ETC किसी का, एक पोल से वो ले रहे हैं सब। उधर की अगर आप आबादी चेक करें तो उधर रात 6 बजे के बाद चूल्हा नहीं जलता। अगर आपने कोई बस लेके शहर आना है या कोई ऑटो लेके आना है तो आपको 6 बजे मगरिब के बाद नहीं मिले। उसके अलावा जो उनकी ग्रीनरी है वो देखें, जहाँ पे छतें हैं वो देखें, उधर ऑक्सीजन लेवल बहुत ज़्यादा। आप अगर बैसाख में वहाँ पे चले जाएं रात को शाह जी, आपको तो पता ही होगा, ननकाने में आप छत पे सो जाएं तो सुबह आपको अजान के थोड़ा पहले इतनी नमी हो जाती है कि आप ऊपर कोई चादर लेते हैं। तो ये माहौल का फ़र्क है। जब कबूतर ने उधर जाना है ऑक्सीजन लेवल बढ़ जाना,
उसको सुकून मिलना है, इधर तो उसको सुकून ही नहीं आना। इधर सुकून आना है जितनी देर में उसने दोबारा वापस रिकवर होना है उतनी देर में सुबह प्रवास है। हाँ। तो इसलिए ये फ़र्क आता है, कबूतर वही है। इधर जो कबूतर शाम बैठता है वो बाहर जाके रात रह के अगले दिन शाम को बैठता है। ये आपने तजुर्बा किया होगा अच्छा जी। ये सिर्फ ये फ़र्क है। और इधर जो कबूतर लाहौर में उड़ता है बहुत ही मजबूत और बड़ा कबूतर उड़ता है। ये कबूतर उधर उड़े तो ये तो दूसरे दिन बैठे पूरे ही ना हो। अब भाईजान ने माशाल्लाह चीज और ऐड कीजिएगा, बड़े साइज से मुराद क्या है? इनके बड़ा नहीं ये बड़ा साइज नहीं, साइज नहीं, बड़ा कबूतर नहीं सी कहते, बड़ा बड़ा कबूतर नहीं हम कहते हैं। हाँ। फॉर एग्जाम्पल इधर ए देखो ਵੱਡੇ ਉਸਤਾਦ जी मैं समझ गया। भाईजान ने उन कबूतर भेजे ने कलियां च बचे इतने रात रह गए ने, दो तीन पर दे दो तीन पर दे बचे रात रह जाते बिल्कुल सही, ਤੇ ਉਹ ਜਦੋਂ ਬਾਹਰ ਜਾਣਗੇ ਤੇ ਉਹ ਕਿੰਨਾ ਕੁ ਉੱਡਣਗੇ। बिल्कुल सही। ਬਸ ਇਹੋ ਹੀ ਹੈ ਫਰਕ, ਹੋਰ ਫਰਕ ਕਿਹੜਾ। ਨਤੀਜਾ ਇਹੀ ਹੈ ਜੀ, ਐਕਸਪੀਰੀਅੰਸ ਬੋਲਦਾ, ਤਜਰਬਾ ਬੋਲਦਾ। माशाल्लाह साढ़े सामने एक बड़े तजर्बाकार और सीनियर तरीन उस्ताद किराम बैठे सन। बड़ी अच्छी सीटिंग हुई है, बड़ी अच्छी सीटिंग हुई है। और माशाल्लाह साढ़े से बाई से फखर होता है जी। ਇੱਕ ਹੋਰ ਗੱਲ ਇਹਦੇ ਵਿੱਚ ਐਡ ਕਰ ਲਓ ਤੁਹਾਡੀ जी ਮਿਹਰਬਾਨੀ जी सर बिस्मिल्लाह। ਕਿ ਕਿਸੇ ਵੀ ਸ਼ਹਿਰ ਦੇ ਜਿਸ ਤਰ੍ਹਾਂ ਆਮ ਤੌਰ ਤੇ ਟੌਪਿਕ ਇੱਕ ਬਣ ਜਾਂਦਾ ਜੀ ਸਿਆਲਕੋਟੀ ਕਬੂਤਰ ਅੱਛੇ ਨਹੀਂ, ਇਹ ਬੜੀ ਜ਼ਿਆਦਾ ਟੌਪਿਕ ਬਣਦਾ। बंद है बंद। ਜੋ ਜਿਸ ਸ਼ਹਿਰ ਦੇ ਉਹ ਕਬੂਤਰ ਨੇ ਨਾ, ਜਿਸ ਤਰ੍ਹਾਂ ਵਿਕਾਸ ਭਾਈ ਨੇ ਜੇ ਇੱਕ ਬੜੀ ਪਿਆਰੀ ਗੱਲ ਕੀਤੀ ਕਿ ਉਹ ਉਧਰ ਦੇ ਕੀ ਕਵਾਂਗੇ ਜੀ ਉਧਰ ਦੇ पैदाइशी उधर ਦੇ ਨੇ, एटमॉस्फेयर उनको कहते हैं जो उनका उधर के मुताबिक एडजस्ट है, वो उधर के लिए बेहतरीन कबूतर है। उनका पर कुंदा, उनका जिस्म बेहतरीन है उधर के लिए। वो जब लाहौर में आते हैं लोग उनको अब डायरेक्ट उस तरह की परफॉर्मेंस चाहें जिस तरह की सियालकोट में देते हैं वो इधर नहीं दे सकते, क्योंकि इधर बिल्कुल उनको बरक्स मौसम मिलता है जो जिधर की वो ग्रोथ है, जहाँ उनकी ग्रोथ हुई है, जहाँ पे वो डेवलप हुई है ब्रीड। तो इस वजह से हर शहर की ब्रीड जो है ना वो हर शहर के हिसाब से बेहतरीन होती है। लेकिन लाहौर ऐसे कबूतर डेवलप हो चुके हैं हमारे लेजेंड उस्तादों की वजह से कि ये हर शहर में जाके परफॉर्म करते हैं। जो देखें ना कराची में हवाएं बहुत तेज़ हैं, इसी तरह ना विकास भाई जी बिल्कुल। हवा बहुत तेज़ है, दिन में 5 दफा चेंज होती है बकायदा। ठीक है जी। 5 उधर मोटी तीली का कबूतर चलता है, उधर बारीक हमारा जो जेठिया कबूतर है ना उधर नहीं चल सकता, उसकी तो हवा से तीली ही ऐसे हो जानी, जी जी ऐसे। ठीक है ना। उधर अब हम इधर कहते हैं स्ट्रेट पर हो, ऐसे ना हो, ऐसे हो, स्ट्रेट हो। जब वो वहाँ पे उड़ेगा ना तो उसका पर हो जाएगा ऐसे, जब ऐसे होगा तो फिर उसको 10 गुना ज़्यादा ताकत लगानी पड़ेगी। लेकिन फिर भी लाहौर के कबूतर उधर कामयाब तरीन कबूतर हैं, ये नहीं हुआ कि वहाँ जाके नाकाम हो गए। अच्छा एक चीज भट्ट साहब, ठीक है ना, जैसा वो चैंपियन भी हुए, ठीक है ना। इसी तरह लाहौर का कबूतर जाके नमी में भी उड़ता है, गुम्मे में भी उड़ता है, तेज़ हवाओं में भी उड़ता है, यानी कि हर जगह एडजस्ट कर जाता है। इस तरह का डेवलप हुआ है। उस क्या डेवलप उसमें डेवलपमेंट ऐसी है कि जिस वजह से वो हर जगह जाके एडजस्ट हो जाता है। वो उसका साइज़ है, ना वो एक्स्ट्रा बड़ा है ना वो एक्स्ट्रा स्मॉल है, मीडियम है। मीडियम साइज का कबूतर है। चेस्ट उसकी जो छाती है वो चौड़ी है, चौड़ी छाती का कबूतर एडजस्ट हो जाता है। पीछे से वो बिल्कुल बंद है, ठीक है ना, छोटी दुम है। सियालकोटी ज़रा थोड़े से कह लो कि आप उनको अगर आप सियालकोटी कबूतर जो है ना वो थोड़ा सा इनसे बड़ा है, उसको भी जब आप अपने साइज में लाते हैं तो वो भी टैडियों से कम परफॉर्म नहीं करता, उसकी भी परफॉर्मेंस बहुत ज़बरदस्त है। ये तो आपको विकास भाई ज़्यादा बेहतर तरीके से बता सकते हैं। और लाहौर की पॉल्यूशन की बात आई तो आप जब आपको कोई मीग्रीन टाइप चीज़ होती है ना, आपको आधे सर की दर्द शुरू होती है तो आपको डॉक्टर ये कहते हैं कि आप हरियाली में जाएं, बिल्कुल ऐसा ही है। लोगों से थोड़ा इज्तनाब करें, लोगों से दूर रहें। वो क्यों कहते हैं कि जिस जगह पे ज़्यादा लोग होंगे, वाम होगी, वहाँ पे आप अपने आप को स्ट्रेस में लेंगे। इसी तरह लाहौर का हिसाब है। लाहौर में आप जब बाहर निकलते हैं ना तो छत के ऊपर छत, छत के ऊपर छत, छत के ऊपर छत। ऐसे है कि हमारा जो मैं अपने इलाके की मिसाल दे देता हूँ, इनको पता है बड़ी अच्छी तरह कि हमारी अगर 4 गलियाँ देखी जाए ना तो 4 गलियों में 70 छतें हैं, 4 गलियों में 70 छतें हैं। दूसरे शहरों के अंदर वो जो 4 गलियां होती हैं उनमें 3-4 छतें होती हैं। हाँ ऐसा ही है। इतनी ज्यादा कबूतरबाजी हो चुकी है, इतनी ज्यादा। और इधर सबसे माशाल्लाह अच्छी चीज ये है
कि मेरा कबूतर अगर उड़ा ना और वो अच्छी परफॉर्मेंस दे रहा है तो मेरे हमसायों की कोशिश ये है कि ए ज़ाया किवें होएगा, ਇਹ ਬਾਜੀ ਦੇ ਵਿੱਚ ਚੈਂਪੀਅਨ ਹੋ ਰਿਹਾ ਹੈ ਤੇ ਇਸ ਕਬੂਤਰ ਨੂੰ ਅਸੀਂ ਰਾਤ ਕਿਵੇਂ ਰਵਾਣਾ ਹੈ ਥੱਲੋਂ ਹੀ ਪੱਲਾ ਮਾਰਨਾ। ਤੇ ਉਹਦੇ ਬਾਅਦ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਅਗਰ ਲਾਹੌਰ ਦੇ ਜਾਓ ਨਾ ਤੇ ਰਾਤ ਨੂੰ ਪੂਰੇ ਲਾਹੌਰ ਦੀਆਂ ਲਾਈਟਾਂ ਜਾਲਾਂ ਦੀਆਂ ਬੱਲੀਆਂ ਹੁੰਦੀਆਂ, ਕਿਆ ਕਿ ਉਹ ਰਾਤ ਸਾਰੇ ਕਬੂਤਰ ਰਹਿ ਰਹੇ ਹੁੰਦੇ ਨੇ, ਉਹਦੇ ਸਿਰਫ 10 ਛੱਤਾਂ ਦੇ ਰਹਿ ਰਹੇ ਹੁੰਦੇ, 500 ਛੱਤ ਦੇ ਸਿਰਫ ਚਿੜੀ ਮਾਰੀ ਵਾਸਤੇ ਲਾਈਟ ਬਾਲੀ ਹੁੰਦੀ ਤੇ ਭਾਈ ਇਹ ਫਰਕ ਹੈਗਾ ਮੇਰੇ ਭਾਈ ਕਬੂਤਰਬਾਜ਼ੀ। ਮੇਰੇ ਇੱਕ ਦੋਸਤ ਨਾਲ ਮੀਆਂ ਵਾਲੀ ਦੇ ਨਾਲ ਪਿਪਲਾਂ ਵਾਲੇ ਦੋਸਤ ਨਾਲ ਗੱਲ ਹੋ ਰਹੀ ਸੀ ਤੇ ਮੈਨੂੰ ਕਹਿੰਦਾ ਭੱਟ ਸਾਹਿਬ ਤੁਸੀਂ 3 ਦਿਨ ਬੱਚੇ ਬੰਨ ਕੇ ਨਾ ਛੱਡ ਦੇਣੇ ਨੇ। ਮੈਂ ਕਿਹਾ 3 ਦਿਨਾਂ ਬਾਅਦ ਨਾ ਇਹ ਵੀ ਨਹੀਂ ਪਤਾ ਲੱਗਣਾ ਕਿ ਉਹ ਥੱਲੇ ਵਾਲੀ ਜ਼ਮੀਨ ਤੇ ਗਿਆ ਕਿ ਉੱਤਰਲੀ ਜ਼ਮੀਨ ਤੇ ਗਿਆ, ਉਹਦਾ ਪਤਾ ਹੀ ਨਹੀਂ ਲੱਗਣਾ। ਉਹ ਬੱਚਾ ਇੰਜ ਕਰਕੇ ਛੱਤ ਤੋਂ ਉੱਡਣਾ ਪਤਾ ਹੀ ਨਹੀਂ ਲੱਗਣਾ ਕਿੱਧਰ ਗਿਆ। ਇਹ ਲਾਹੌਰ ਹੈ। ਲਾਹੌਰ ਦਾ ਮਤਲਬ ਅਗਰ ਸਹੀ ਲਓ ਨਾ ਇਹਦਾ ਮਤਲਬ ਲਿਆ ਹੋਰ। ਅੱਛਾ ਭੱਟ ਸਾਹਿਬ ਨੇ ਇਸ ਤਰ੍ਹਾਂ ਹੀ ਕਬੂਤਰ ਇਕੱਠੇ ਕੀਤੇ ਨੇ। ਭੱਟ ਸਾਹਿਬ ਨੇ ਇਸ ਤਰ੍ਹਾਂ ਹੀ ਕਬੂਤਰ ਇਕੱਠੇ ਕੀਤੇ, ਲਿਆ ਹੋਰ। पॉइंट तो लेना अली को पॉइंट लेना जी अली भाई आप माशाल्लाह आज शागिर्द हुए हैं। नहीं पॉइंट कुछ बात करेंगे। माइक ले लो। अच्छा, मैं इजाज़त चाहूँगा पहले इनसे बात करने के लिए, इजाज़त है जी? जी ज़्यादा बिल्कुल। अच्छा, मैं ना अक्सर वीडियोस देख ऐला माइक 2-3 साल से या पता जितने भी अरसे से जो वीडियोस हैं वो मैं देखता हूँ और बहुत सारे लोगों की मैंने बात सुनी है। एक पॉइंट है जो मुझे लगता है कि वकास भाई ने और बहुत से लोगों ने समझाने की कोशिश की है, ब्लड लाइन, जो आज तक लोगों को समझ नहीं आया। जब भी कोई बंदा ब्लड लाइन की बात करता है ना, तो हर बंदा उसको ना खून ब्लड के बारे में सोचना शुरू कर देता है कि शायद खून 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 खून। फिर वो कहते हैं कि क्या हमें कैसे पता चलेगा कि इस कबूतर की ब्लड लाइन अच्छी है, या मतलब इस तरह से किस तरह से हमें पता चलेगा। तो मैं उसकी एक छोटी सी एग्जांपल दूंगा, शायद उससे किसी कन्फ्यूजन ख़त्म हो जाए। मैं पीछे कुछ अर्सा पहले ये सवात वाली साइड पे टूर करने के लिए गया, तो एक ट्रैक है, बड़ा मुश्किल है। तो चुकेल बांडा जगह का नाम है, उसका ट्रैक है, बड़ा मुश्किल है। तो खैर हम उस ट्रैक पे जब चलना शुरू हुए तो वहाँ पे ना ज़्यादातर जो लोग आए हुए थे ना वो थे पठान, और उसमें से कुछ लोग मर्दान के थे, कुछ लोग थे डेरा गाजी खान के, यानी मैदानी इलाकों के भी थे, पठान थे मगर वो। अच्छा, जो मैदानी इलाकों के थे उनसे जब मैंने पूछा कि मैंने कहा आप कब से वहाँ पे रह रहे हैं, उन्होंने कहा हमारी 3 से 4 पीढ़ियाँ ही मैदानी इलाकों में रह रही हैं। मतलब 3 से 4 आबाओ अजदाद हमारे मैदानी इलाकों में ही रह रहे हैं। मगर जब वो मैंने उनसे पूछा, मैंने कहा कि वहाँ पे कोई पहाड़ है, उन्होंने कहा नहीं कोई भी नहीं है। हम जब ट्रैक चढ़ना शुरू हुए तो हम तकरीबन 3-3.5 घंटे में ऊपर पहुँचे और वो हमसे आधे टाइम में ऊपर पहुँच गए। जब हम ऊपर गए, हमने ऊपर जाके मैंने उनसे सवाल पूछा कि भाई आप लोग कैसे इतनी जल्दी ऊपर चले गए। उन्होंने कहा जैसे बाकी जाते हैं। वो ऊपर गए, वो बिल्कुल फ्रेश थे। हम घंटा डेढ़ वहाँ पे वेट किया, थोड़ा सांस पक्का किया, थक गए, पूरा जिस्म टूट गया। मगर वो लोग जो थे वो लोग बिल्कुल फ्रेश थे। तो वहाँ से मेरे माइंड में ये एक बात आई कि बेशक वो लोग पहाड़ी इलाकों में नहीं रहते, कभी ट्रैकिंग उन्होंने नहीं की हुई, मगर क्या है कि इन लोगों ने स्टार्टिंग से ही इनके जीन्स में ये चीज़ शामिल है कि वो आप कह लो कि उनके अंदर बर्दाश्त ज़्यादा है, उनकी बॉडी स्ट्रॉन्ग ज़्यादा है। और हम लोग अपने बैग और टेंट और सामान काफ़ी ज़्यादा साथ था, तो हमसे चला नहीं था जा रहा। तो उन लोगों ने साथ हमारा सामान भी पकड़ लिया, वो पहले ही ऊपर चले गए और हमसे वो पहले ऊपर पहुंच गए। तो जब भी मुझे लगता है कि जब कोई बंदा ब्लड लाइन की बात करता है तो वो बेसिकली ब्लड लाइन के साथ जो सबसे इम्पोर्टेंट चीज़ है ना इंसान की बॉडी के अंदर, जो उसके खून में शामिल है, वो है जीन्स। तो जब हम कोई भी बंदा उस्ताद है या कोई भी अच्छा प्लेयर है, जब वो आपको ये मैसेज देता है कि आप ब्लड लाइन पर फोकस करें, तो उसका बेसिकली मकसद ये होता है कि उस ब्लड लाइन के अंदर जीन्स होंगे। जैसे मिसाल के तौर पे आप रैंडमली कहीं से भी 100-150 कबूतर ख़रीद के ले आते हैं, आप उनका उड़ाते हैं, उन 100 में से कोई 5 या 6 या 7 भी ऐसे निकल आते हैं कि जो आपने गर्मी में उड़ाए, तूफ़ान में उड़ाए, लस चल गई, मतलब आपके पास अच्छा उड़े, बैठे, रात भी रह गए तो सुबह वापस आ गए। इसका मतलब ये है कि उनकी बॉडी में जीन्स है वो वाला, कि जिनको पता है कि मैंने जो मर्ज़ी हो जाए, अगर मैं रात भी किसी वजह से रह जाऊँ तो मैंने सुबह घर अपने वापस जाना है। उसके वो माइंड में वो बात है, उसके जीन्स में एक मेमोरी है उसके पास। तो वो उसके चांसेस ज़्यादा हैं कि जब आप वो जिसके जीन्स अच्छे हैं
जिसको आपने टेस्ट कर लिया वो आपके पूरे क्राइटेरिया पे उतर गया, तो जब आप उसको किसी भी दूसरे बर्ड के साथ लगाएंगे तो चांसेस होंगे कि वो अपने जीन्स किसी दूसरे बर्ड में आगे ट्रांसफ़र, चांसेस हैं कि वो आगे ट्रांसफ़र करेगा। और इसी तरह से ही आगे ट्रांसफ़र होते जाते हैं। अब इसी तरह से ही है कि अगर अच्छे जीन्स आगे ट्रांसफ़र हो रहे हैं, आपने बगैर किसी को टेस्ट किए हुए, बगैर देखे हुए आप किसी जगह से कोई बर्ड लेके आ जाते हैं, उसको अपने बर्ड के साथ ऐड कर देते हैं, आपको नहीं पता कि उसके जीन्स अच्छे नहीं हैं, तो वो ऑटोमेटिकली आपके जीन्स ख़राब हो जाएंगे। अब जैसे वकास भाई अक्सर बात करते हैं कि वकास भाई की एक वीडियो मैंने देखी, उन्होंने कहा कि मैं एक दुबई में मैं एक जगह पे मैंने देखा एक मादी बहुत अच्छी उड़ी हुई थी, तो मैं उस बंदे के पास गया, मैंने उसको जाके कहा कि मुझे ये मादी दे दो। उसने कहा मैंने मादी नहीं है देनी। कहते खैर मैंने काफ़ी देर उसके साथ बहस की, मैंने उसको काफ़ी इंसिस्ट किया कि मुझे दे दे। उसने कहा जी मैंने नहीं देनी आपको। वकास भाई कहते मैंने उससे ये पूछा कि क्या तुम्हारे पास इसकी बहन है कोई, इस मादी की? उसने कहा हाँ मेरे पास इसकी एक बहन है, पट्टी वो पड़ी हुई है। वकास भाई कहते मैं उससे वो पट्टी उसकी लेके आ गया और उसने वही वाली परफॉर्मेंस दी जो उसकी बड़ी बहन परफॉर्मेंस दे रही थी। इसका मतलब क्या कि उसके जीन्स में वो चीज़ शामिल थी। जैसे मैंने आपको पठानों वाली मिसाल दी कि पठान जो कौम है वो मतलब टफ कौम है। अब पाकिस्तान में आप देख लो, हमारे लाहौर के इन्वायरमेंट में भी देख लो आप, ज़्यादातर वो काम जो आप पंजाबी नहीं करते जो पठान कर वो पठान कर रहे हैं। आपको जितने भी मेहनत से ज़्यादा मेहनत से रिलेटेड काम है ना वो आपको पठान करते हुए नजर आएंगे। बस ये जीन्स हैं, एक से दूसरे में ट्रांसफ़र होते हैं और इसी तरह से ही आपके पास कलेक्शन जो है वो इकट्ठी होती है। अब आपके इसी सवाल पे ना मेरा सारों के लिए एक सवाल है, बीच में ही आप भी हैं जी, आप भी हैं। मुझे ये बताएं कि आप लोग कहते हैं ब्लड लाइन, माइक एक कमगर कबूतर दी ब्लड लाइन चंगी है ते दूजे ਜਿਹੜਾ कमगर कबूतर ਉਹਦੀ ब्लड लाइन खराब किवें है? वो खराब ब्लड लाइन वाला कबूतर किधरों आया? लो जी ये पहला सवाल है आपसे, ये माइक पर लेकिन एक टैडी कबूतर ही है, मिसाल दे रहा हूँ। तो ये ब्लड लाइन का जो कॉन्सेप्ट है वो खराब कमगर और खराब टैडी कहाँ से आया? देखिए कबूतर जो अच्छा कबूतर है, नस्ली कबूतर, वो कभी ख़राब नहीं होता, हमेशा बंदा उसको ख़राब करता है। क्यों? जानवरों में तो ऐसी समझ नहीं है। आपने फोर्सफुली उसके जोड़े लगाने हैं, फोर्सफुली। शायद अंदर से कबूतर चाह भी ना रहा हो कि मेरा जोड़ा लगे, मगर फिर भी आपने उसको बंद करना है। कबूतर ये नहीं चाहता कि बहन भाई का जोड़ा लगे, कबूतर कभी ये नहीं चाहता कि जो बेटा है वो माँ के साथ लगे और बेटी है वो बाप के साथ लगे। ठीक है, ये हमारे इंसानों के अंदर है कि हम ही कबूतर को बिगाड़ते भी हैं और संवारते भी हैं। ठीक है, ये हमारे हाथ में है। जब भी आप किसी भी ब्लड लाइन को क्लोज करेंगे, क्लोज करने का मतलब है कि इनब्रीड करेंगे, आपके पास रिजल्ट ख़राब आएगा। वजह क्या है? आप अपने हाथों से अब ये नस्ल को बिगाड़ दे रहे हैं। ये अब कमगर ख़राब क्यों हो गया? कमगर ख़राब इसलिए हो गया कि जब वो इनब्रीड में चला गया, वो हर तरह से सख्ती में आ गया, उसके जो जितने भी पैरामीटर सब ख़राब हो गए, जो उसकी डेफिनेशन थी, बॉडी की डेफिनेशन थी, वो ख़त्म हो गई। जब ख़त्म हो गई, आपके पास क्या बचा? दो चीज़ें बची। इन ब्रीड के अंदर दो चीज़ें इंसान के पास बचती हैं, क्या? एक कलर, एक आंखें। आंखें खूबसूरत, कलर खूबसूरत, बाकी हर चीज़ ज़ीरो जाती है। अगर कबूतर बनाना है ना तो उसके लिए सर्च है। हर बंदा क्यों भाग रहा है कबूतरों के पीछे? आज लोग सारे ढूंढ रहे हैं कबूतर। क्या उनके घर में कबूतर नहीं है? उनके घर में बहुत अच्छे कबूतर हैं, मगर उनको अपने अच्छे कबूतरों में और अच्छे कबूतर डालने हैं ताकि आगे और 5 साल 10 साल वो उनको चला सकें। कोई भी कमगर, कोई भी टैडी, कोई भी बटेरा, कोई भी दूसरा कबूतर बुरा नहीं होता। बुरा ये होता है कि इंसान को बनाने का आर्ट आना चाहिए। इन ब्रीड से कबूतर ख़राब होता है, आउट ब्रीड से, लाइन ब्रीड से कबूतर आगे चलता है। कबूतर की डेफिनेशन को बनाने के लिए आपको बाहर से अच्छा कबूतर लेना पड़ेगा। और मैं मुताज हूँ, मैं हर बंदा जो यहाँ बैठा है उसको मुताज हूँ। अगर भट्ट साहब के पास अच्छा कबूतर है तो मेरी ये बिल्कुल कोशिश होगी कि मैं इनसे वो कबूतर ले जाके अपने कबूतर में डालूँ, बाहर का पारा ना डालूँगा। क्यों? मेरा अच्छा कबूतर अच्छे पर का मुताज है, बाहर वाले वो आप अंदर डालते जाएं, कबूतर अच्छे बनते जाएंगे। ठीक है, तो ये एक कबूतरबाजी एक ना ख़त्म होने वाली जो है ना रिसर्च है। मुझे अभी तकरीबन 24 से 25 साल हो गए कबूतरबाजी करते हुए। ठीक है, मगर मेरी रिसर्च आज भी ख़त्म नहीं हुई। उस्ताद जी, क्या साइंस अप्रूव कर दी कि इन ब्रीड तो कबूतर ख़त्म होता है? बिल्कुल। देखें, अब साइंस, हमारी तो थ्योरी बड़ी नाकसी थ्योरी है। वजह क्या है कि आज से 20 साल 25 साल पहले वो लोग कबूतरबाजी को चला रहे थे, या 30 साल पहले जो चला रहे थे, जिन्होंने बाहर के टॉपिक्स को नहीं पढ़ा,
गोरों को फॉलो नहीं किया। जो ब्रीडिंग लाइन के अंदर जो गोरे या जो बाहर जो रिसर्च चल रही है, खास तौर पे सबसे ज़्यादा रिसर्च चल रही है बेल्जियम में। बेल्जियम के लोगों ने इसके ऊपर बहुत सारे टॉपिक्स, बहुत सारी बुक्स लिखी हैं। इस हर एक टॉपिक को उन्होंने रिफाइन किया है। जब वो कह रहे हैं कि जी हम अपने जो लॉफ्ट है उसमें बाहर वाले बर्ड डालते हैं प्रोडक्शन के लिए और कबूतर को चराने के लिए, और हम लोग कभी भी एक जोड़े के बच्चों को उनको आपस में जो है जोड़ा नहीं लगाते, बल्कि बाहर से कबूतर लेकर। इसका मकसद क्या है? इसका मकसद ये है कि वो कभी भी इस चीज़ को इग्नोर करते हैं कि हमने कभी भी बहन भाई, चाचा भतीजी और इस तरह के जोड़े आपस में नहीं लगाने। रिफ़ाइन करते हैं, और रिफ़ाइन हमेशा कबूतर उसी वक्त होता है जब आप कबूतर बाहर से लेके आएंगे। और दूसरी बात, कोई भी नर हो या मादी हो, कोई किसी की कमी पूरी नहीं कर सकता। आपको 100% नर चाहिए, 100% मादी चाहिए, फिर आपके पास रिजल्ट आएगा। अगर नर की क्वालिटी 80% है तो 20% आपको बच्चों में नुक्स नजर आएगा। सर माशाल्लाह बहुत अच्छे इंटरव्यू आज के माशाल्लाह रिकॉर्ड हुए हैं। ਆਹੋ तो ज़्यादा चाहे ਅਸੀਂ ਨਾ ਕਰਦੇ ਵੀ ਉਹਨਾਂ ਨੂੰ ਕਿੱਡੀ ਦੇਰ ਰੋਕ ਲੈਤਾ तो उन्होंने भी बात है। ਤੇ ਬੜਾ ਮਜ਼ਾ ਆਇਆ। बहुत मेहरबानी सर, आपके टाइम का शुक्रिया। सबसे ज़्यादा शुक्रगुजार हूँ एक तो उस्मान भट्ट साहब का, अपना कीमती टाइम निकाल के मेरे पास आए हैं और मेरी एक सिंगल आवाज़ पे ये पहुँच गए हैं। और दूसरा मेरे बड़े भाई हैं हसन इमाम साहब, इनको मैं जब बुलाता हूँ ये दोबारा मुझे ये नहीं कहते कि मैं कहीं बिजी हूँ, ये हमेशा मुझे हाँ ही कहते हैं कि जी इंशाल्लाह मैं पहुँचा लूँ। तो बहुत शुक्रिया इनका। ਸਰ ਤੁਹਾਡਾ ਸ਼ੁਕਰੀਆ, ਕਿਉਂਕਿ ਤੁਸੀਂ ਜਦੋਂ ਵੀ ਆਉਂਦੇ ਹੋ ਨਾ ਮਹਿਫਲ ਬਹਾ ਦਿੰਦੇ ਹੋ। ਇਹ ਤੁਹਾਡੀ ਸਪੈਸ਼ਲਿਟੀ ਹੈਗੀ, मेहरबानी, शुक्रिया, ਮਹਿਫਲ ਬਹਾਣਾ ਤੁਹਾਡੇ ਤੇ ਐਂਡ ਹੈਗਾ। बहुत शुक्रिया। ਤੇ ਇਨਸ਼ਾਅੱਲਾ ਦੋਸਤਾਂ ਭਰਾਵਾਂ ਨੂੰ ਵੀ ਮਜ਼ਾ ਆਇਆ ਹੈਗਾ ਜਿਨ੍ਹਾਂ ਨੇ ਵੀਡੀਓ ਸਾਡੀ ਵੇਖੀ ਹੈ, ਇੱਥੇ ਤੱਕ ਪਹੁੰਚ ਗਏ ਨੇ, ਉਹਨਾਂ ਦੀ ਮਿਹਰਬਾਨੀ। ਤੇ ਮਿਲਨੇ ਨਵੀਂ ਵੀਡੀਓ 'ਚ ਨਵੇਂ ਸ਼ੌਕ ਦੇ ਨਾਲ। ਖੁਦਾ ਹਾਫਿਜ਼।